ਗੁਣ ਗਾਵੋ। ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ, ਗਰੀਬਾਂ, ਸਿੱਖਾਂ, ਸੇਵਕਾਂ ਦੀ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ, ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ, ਸੁਖ ਨਿਧਾਨ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜੋ, ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਹੈ। ਆਪ ਜੀ ਸਾਰੀਆਂ ਸਿੱਖ ਸੰਗਤਾਂ ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਸੰਗਤਾਂ ਨੂੰ ਉਤਾਰ ਰਹੇ ਹਨ। ਬੇਅੰਤ ਸਿੱਖ ਸੰਗਤਾਂ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਆ ਕੇ ਲਾਭ ਪ੍ਰਾਪਤ ਕਰਦੀਆਂ ਨੇ। ਕੱਲ੍ਹ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ। ਇੱਕ ਮਾਈ ਦਾ ਪੁੱਤਰ ਮਰ ਗਿਆ। ਮਾਈ ਵਿਧਵਾ ਸੀ, ਉਹਨੇ ਬੜੇ ਕੀਰਨੇ ਪਾਏ। ਅੰਮ੍ਰਿਤ ਵੇਲੇ ਦਾ ਸਮਾਂ ਸੀਗਾ। ਉਹ ਬਹੁਤ ਰੋਣ ਲੱਗੀ ਆ ਕੇ। ਗੁਰੂ ਸਾਹਿਬ ਜੀ ਨੇ ਉਸ ਮਾਈ ਨੂੰ ਸਮਝਾਇਆ ਭਾਈ ਬੱਲੂ ਜੀ ਦੇ ਰਾਹੀਂ ਕਿ ਅੰਮ੍ਰਿਤ ਵੇਲਾ ਹੈ, ਭਜਨ ਕਰੇ। ਪਰ ਉਹ ਫਿਰ ਵੀ ਰੋਂਦੀ ਰਹੀ। ਗੁਰੂ ਜੀ ਨੇ ਉਹਦੇ ਮਰੇ ਹੋਏ ਪੁੱਤਰ ਨੂੰ ਜਿਉਂਦਾ ਕੀਤਾ ਜੀ। ਔਰ ਨਾਲ ਹੀ ਭਾਈ ਬੱਲੂ ਜੀ ਦੇ ਨਾਲ ਵਿਚਾਰ ਕਰਕੇ ਸੱਚੇ ਪਾਤਸ਼ਾਹ ਜੀ ਨੇ ਧਰਮ ਰਾਜੇ ਨੂੰ ਪੱਕਾ ਹੀ ਕਹਿ ਦਿੱਤਾ
ਜਿੰਨਾ ਚਿਰ ਤੱਕ ਅਸੀਂ ਸਰੀਰ ਵਿੱਚ ਹੈਗੇ ਆ, ਗੋਇੰਦਵਾਲ ਸਾਹਿਬ ਵਿੱਚ ਕਿਸੇ ਦੇ ਪ੍ਰਾਣ ਨਹੀਂ ਕੱਢਣੇ। ਕਵੀ ਸੰਤੋਖ ਸਿੰਘ ਜੀ ਨੇ ਕਿਹਾ ਵੀ ਜੇ ਸਿੱਖੋ ਤੁਹਾਨੂੰ ਇਹ ਗੱਲ ਸੁਣ ਕੇ ਤਸੱਲੀ ਨਾ ਆਵੇ ਤੇ ਇੱਕ ਗੱਲ ਚੇਤਾ ਰੱਖਿਓ, ਆਪਣੇ ਗੁਰੂ ਤੇ ਭਰੋਸਾ ਰੱਖੋ, ਸਤਿਗੁਰੂ ਬੜੇ ਵੱਡੇ ਨੇ। ਗੱਜ ਕੇ ਆਖੋ ਵਾਹਿਗੁਰੂ। ਮਰੇ ਹੋਏ ਬੰਦੇ ਨੂੰ ਜਿਉਂਦਾ ਕਰਨਾ ਗੁਰੂ ਸਾਹਿਬ ਵਾਸਤੇ ਕੋਈ ਵੱਡੀ ਬਾਤ ਨਹੀਂ ਹੈਗੀ ਜੀ। ਪ੍ਰਾਣ ਮੁੱਕਦੇ ਆ, ਮਹਾਰਾਜ ਸਵਾਸਾਂ ਦੀ ਗਿਣਤੀ ਵਧਾ ਦਿੰਦੇ ਆ, ਪ੍ਰਾਣਾਂ ਦੀ ਗਿਣਤੀ ਵਧਾ ਦਿੰਦੇ ਆ। ਤੇ ਕੱਲ ਆਪ ਜੀ ਨੇ ਸਰਵਣ ਕੀਤਾ ਸੀ, ਮਹਾਰਾਜ ਚਾਹੁਣ ਤੇ ਚੰਦ ਨੂੰ ਤਪਾ ਸਕਦੇ ਆ ਜੀ। ਸੂਰਜ ਜਿਹੜਾ ਬਹੁਤ ਤਪਦਾ ਹੈ, ਜੇ ਗੁਰੂ ਸਾਹਿਬ ਚਾਹੁਣ ਸੂਰਜ ਨੂੰ ਠੰਡਿਆਂ ਕਰ ਸਕਦੇ ਆ। ਸੁਮੇਰ ਪਰਬਤ ਹਵਾ ਵਿੱਚ ਉੱਡ ਸਕਦਾ ਹੈ। ਹੋਰ ਬੜੇ ਬਚਨ ਕੀਤੇ, ਸਵਰਗਾਂ ਦੇ ਦੇਵਤੇ ਵੀ ਅਵਗਿਆ ਕਰਨ, ਮਹਾਰਾਜ ਉਹਨਾਂ ਨੂੰ ਨਰਕਾਂ 'ਚ ਭੇਜ ਸਕਦੇ ਆ ਜੀ। ਗੁਰੂ ਸਾਹਿਬ ਵਿੱਚ ਬੜੀ ਸਮਰੱਥਾ ਹੈ। ਸੰਗਤ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ ਸਹਿਸਕ੍ਰਿਤੀ ਦੇ ਵਿੱਚ ਜੀ। ਸਹਿਸਕ੍ਰਿਤੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਬੜੀ ਮਹਿੰਗੀ ਬਾਣੀ ਹੈ, ਹਰ ਇੱਕ ਨੂੰ ਪੜ੍ਹਨੀ ਨਹੀਂ ਆਉਂਦੀ ਜੀ। ਇਹਦੇ ਵਿੱਚ ਇੱਕ ਸ਼ਲੋਕ ਹੈ ਜਿਹਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆ। ਕਹਿੰਦੇ ਭਾਈ ਜਿਹਦੇ ਤੇ ਗੁਰੂ ਦਿਆਲੂ ਹੋਵੇ, ਮਹਾਰਾਜ ਕੀ ਕਰ ਸਕਦੇ ਆ। ਕਹਿੰਦੇ ਧਿਆਨ ਨਾਲ ਸੁਣਿਓ, ਤ੍ਰਿਣੰ ਤਾਂ ਮੇਰੰ। ਤ੍ਰਿਣ ਕੀ ਹੁੰਦਾ ਜੀ? ਤ੍ਰਿਣ ਤਿਣਕਾ, ਛੋਟਾ ਜਿਹਾ। ਗੱਜ ਕੇ ਆਖੋ ਵਾਹਿਗੁਰੂ। ਛੋਟਾ ਜਿਹਾ ਤਿਣਕਾ। ਤੇ ਮੇਰ ਦਾ ਮਤਲਬ ਹੁੰਦਾ ਸੁਮੇਰ। ਸੁਮੇਰ ਦਾ ਮਤਲਬ ਹੁੰਦਾ ਉੱਚਾ ਪਹਾੜ, ਸਭ ਤੋਂ ਉੱਚੀ ਚੋਟੀ। ਧੰਨ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ, ਕਹਿੰਦੇ ਪਿਆਰਿਓ ਜੇ ਗੁਰੂ ਸਾਹਿਬ ਚਾਹੁਣ ਨਾ, ਇੱਕ ਮੇਰ ਵਾਹਿਗੁਰੂ ਇੱਕ ਤਿਣਕੇ ਨੂੰ ਸੁਮੇਰ ਪਰਬਤ ਜਿੰਨਾ ਵੱਡਾ ਬਣਾ ਸਕਦੇ ਆ। ਸਤਿਗੁਰੂ ਜੀ ਦੀ ਬਾਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਤ੍ਰਿਣੰ ਤਾਂ ਮੇਰੰ, ਸਹਿਕੰ ਤਾਂ ਹਰਿਯੰ। ਤੇ ਸਾਧ ਸੰਗਤ ਜੀ ਕਹਿੰਦੇ ਆ ਜਿਹੜਾ ਸਹਿਕੰ ਸੁੱਕਾ ਹੋਇਆ ਜੀ, ਜਿਹੜਾ ਸੁੱਕਾ ਹੋਇਆ ਨਾ ਜੀ, ਉਹਨੂੰ ਮਹਾਰਾਜ ਹਰਾ ਕਰ ਸਕਦੇ ਆ। ਤੇ ਦੂਜਾ ਅਰਥ, ਜਿਸ ਉੱਤੇ ਗੁਰੂ ਸਾਹਿਬ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ, ਡਰਪੋਕ ਬੰਦੇ ਨੂੰ ਸਾਧ ਸੰਗਤ ਜੀ ਉਹ ਦਲੇਰ ਬਣਾ ਦਿੰਦੇ ਆ। ਇੱਕ ਸਹਿਕੰ ਤਾਂ ਹਰਿਯੰ ਦਾ ਅਰਥ ਪਤਾ ਕੀ ਹੈ? ਸਹਿਕੰ ਦਾ ਅਰਥ ਹੈ ਸਿਆ, ਖਰਗੋਸ਼। ਖਰਗੋਸ਼ ਵੀ ਬੜੀ ਛੇਤੀ ਡਰਦਾ ਹੈ ਜੀ। ਖਰਗੋਸ਼ ਬਹੁਤ ਛੇਤੀ ਡਰਦਾ ਹੈ, ਤੁਸੀਂ ਫੜਨ ਜਾਵੋ ਅੱਗੇ ਲੱਗ ਕੇ ਭੱਜ ਜਾਏਗਾ ਜੀ। ਹੁਣ ਤੇ ਖਰਗੋਸ਼ ਨਹੀਂ ਮਿਲਦੇ, ਪਰ ਪਹਿਲਾਂ ਘਰਾਂ ਵਿੱਚ ਹੀ ਪਾਲੇ ਹੁੰਦੇ ਸਨ ਲੋਕਾਂ ਨੇ ਖਰਗੋਸ਼। ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਪਿਆਰਿਓ ਗੁਰੂ ਸਾਹਿਬ ਕਿਰਪਾ ਕਰਨ, ਖਰਗੋਸ਼ ਨੂੰ ਹਰਿਯੰ ਸ਼ੇਰ ਵਰਗਾ ਬਣਾ ਸਕਦੇ ਆ। ਗੱਜ ਕੇ ਆਖੋ ਵਾਹਿਗੁਰੂ। ਖਰਗੋਸ਼ ਡਰਪੋਕ ਹੈ, ਸ਼ੇਰ ਥੋੜਾ ਤਗੜਾ ਹੁੰਦਾ ਜੀ, ਡਰਦਾ ਨਹੀਂ ਜੀ ਕਿਸੇ ਕੋਲੋਂ ਜੀ। ਤੇ ਕਥਾ ਇਹਦੇ ਨਾਲ ਸੰਬੰਧਿਤ ਕਿਹੜੀ ਹੈ? ਭਾਈ ਬਚਿੱਤਰ ਸਿੰਘ ਜੀ ਦੀ। ਸਾਧ ਸੰਗਤ ਦੀਆਂ ਮਕਾਰਾ ਜਿਹਾ ਸਰੀਰ, ਮਸਤ ਹਾਥੀ ਨਾਲ ਮੁਕਾਬਲਾ ਕੀਤਾ, ਕਥਾ ਤੁਸੀਂ ਸੁਣੀ ਹੈ ਜੀ। ਤ੍ਰਿਣੰ ਤਾਂ ਮੇਰੰ, ਸਹਿਕੰ ਤਾਂ ਹਰਿਯੰ, ਬੂਡੰ ਤਾਂ ਤਰਿਯੰ, ਊਣੰ ਤਾਂ ਭਰਿਯੰ। ਗੱਜ ਕੇ ਆਖੋ ਵਾਹਿਗੁਰੂ। ਡੁੱਬਦੇ ਹੋਇਆਂ ਨੂੰ ਤਾਰ ਸਕਦੇ ਨੇ ਮਹਾਰਾਜ। ਗੱਜ ਕੇ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਤਾਕਤ ਹੈ ਜੀ। ਜਿਹੜੇ ਡੁੱਬ ਰਹੇ ਹੋਣ ਨਾ ਜੀ, ਮਹਾਰਾਜ ਉਹਨਾਂ ਨੂੰ ਤਾਰਨ ਦੇ ਸਮਰੱਥ ਨੇ ਜੀ। ਤੇ ਊਣੰ ਤਾਂ ਭਰਿਯੰ। ਊਣੰ ਕਿਹਨਾਂ ਨੂੰ ਕਹਿੰਦੇ? ਊਣਾ ਖਾਲੀ। ਕਹਿੰਦੇ ਜਿਹੜੇ ਬਿਲਕੁਲ ਖਾਲੀ ਹੋਣ, ਜਿਸ ਉੱਤੇ ਗੁਰੂ ਸਾਹਿਬ ਕਿਰਪਾ ਕਰ ਦੇਣ, ਮਹਾਰਾਜ ਉਹਨੂੰ ਭਰ ਦਿੰਦੇ ਨੇ ਜੀ। ਉਹਨੂੰ ਭਰ ਦਿੰਦੇ ਆ। ਅੰਧਕਾਰ ਕੋਟ ਸੂਰ ਉਜਾਰੰ। ਕਹਿੰਦੇ ਆ ਜਿੱਥੇ ਹਨੇਰਾ ਹੀ ਹਨੇਰਾ ਹੋਵੇ,
ਗੁਰੂ ਸਾਹਿਬ ਜੇ ਕਿਰਪਾ ਕਰ ਦੇਣ ਤੇ ਕਰੋੜਾਂ ਸੂਰਜ ਚੜ ਜਾਂਦੇ ਜੀ ਉੱਥੇ ਜੀ। ਇੱਕ ਸੂਰਜ ਦਾ ਪ੍ਰਕਾਸ਼ ਨਹੀਂ ਮਾਣ ਸਾਧ ਸੰਗਤ ਜੀ, ਜਿਨ੍ਹਾਂ ਉੱਤੇ ਸੱਚੇ ਪਾਤਸ਼ਾਹ ਕਿਰਪਾ ਕਰਦੇ ਉੱਥੇ ਕਰੋੜਾਂ ਸੂਰਜ ਹੀ ਚੜ ਜਾਂਦੇ ਜੀ। ਅੰਧਕਾਰ ਕੋਟ ਸੂਰ ਉਜਾਰੰ, ਬਿਨਵੰਤ ਨਾਨਕ ਹਰ ਗੁਰ ਦਇਆਰੰ। ਜਿਨ੍ਹਾਂ ਉੱਤੇ ਹਰੀ ਗੁਰੂ ਜੀ ਦਇਆ ਕਰ ਦਿੰਦੇ ਆ। ਸੋ ਮਹਾਰਾਜ ਦੀ ਮਹਿਮਾ ਬੜੀ ਵੱਡੀ ਹੈ, ਗੁਰੂ ਸਾਹਿਬ ਜੀ ਦੀ ਕਿਰਪਾ ਬੜੀ ਵੱਡੀ ਹੈ। ਭਾਵਨਾ ਰੱਖਿਆ ਕਰੋ, ਭਰੋਸਾ ਰੱਖਿਆ ਕਰੋ, ਛੇਤੀ ਡੋਲ ਨਾ ਜਾਇਆ ਕਰੋ। ਜੇ ਮੈਂ ਤੁਹਾਨੂੰ ਗੱਲਾਂ ਸੁਣਾਉਣ ਲੱਗਾ ਤੇ ਸਾਧ ਸੰਗਤ ਦੀ ਬੜਾ ਸਮਾਂ ਲੱਗ ਜਾਣਾ, ਲੜੀਵਾਰ ਕਥਾ ਨਹੀਂ ਅੱਗੇ ਤੁਰਨੀ। ਪਰ ਸੱਚ 'ਚ ਇੱਥੇ ਖਾਲੀ ਆਏ ਬੰਦੇ ਭਰੇ ਹੋ ਕੇ ਗਏ ਜੀ। ਉਹ ਇੱਕ ਸ਼ਾਇਰ ਦਾ ਬੋਲ ਬੋਲਦੇ ਹੁੰਦੇ ਆ ਨਾ, ਕਹਿੰਦੇ ਇਹ ਦਰ ਐਸਾ ਹੈ, ਇੱਥੇ ਬੰਦੇ ਨੂੰ ਝੋਲੀ ਅੱਡ ਦੇ ਵੇਖਿਆ, ਪਰ ਮਾਲਕ ਨੂੰ ਝੋਲੀ ਵਿੱਚ ਕੁਝ ਪਾਉਂਦੇ ਨਹੀਂ ਵੇਖਿਆ ਗਿਆ, ਪਰ ਝੋਲੀ ਭਰੀ ਹੋਈ ਵੇਖੀ ਗਈ ਹੈ। ਵੇਖਦਾ ਨਹੀਂ ਉਹ ਕਿਹੜੇ ਵੇਲੇ ਝੋਲੀ ਭਰ ਦਿੰਦਾ, ਪਰ ਖਾਲੀ ਝੋਲੀ ਲੈ ਕੇ ਆਉਣ ਵਾਲੇ ਪਿਆਰੇ ਉਹਨਾਂ ਦੀਆਂ ਝੋਲੀਆਂ ਭਰ ਜਾਂਦੀਆਂ ਹਨ। ਕਮੀ ਪਤਾ ਕਿੱਥੇ ਹੈ? ਆਪਾਂ ਝੋਲੀ ਨਹੀਂ ਕਰਦੇ ਜੀ। ਝੋਲੀ ਕਰੋ, ਗੁਰੂ ਸਾਹਿਬ ਭਰ ਦੇਣਗੇ ਜੀ। ਊਣੰ ਤਾਂ ਭਰੀਆਂ, ਪ੍ਰੇਮ ਨਾਲ ਕਹੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਖਾਲੀ ਭਰੇ ਜਾਂਦੇ ਆ। ਅੰਧਕਾਰ ਕੋਟ ਸੂਰ ਉਜਾਰੰ, ਹਨੇਰਾ ਹੋਵੇ ਬੜਾ ਘੁੱਪ ਜੀ। ਹਨੇਰਾ ਬੜਾ ਮਾੜਾ ਹੈ ਜੀ। ਵੈਸੇ ਘੁੱਪ ਹਨੇਰਾ ਕਿਸੇ ਨੇ ਵੇਖਿਆ ਨਹੀਂ ਅੱਜ ਤੱਕ। ਘੁੱਪ ਹਨੇਰਾ ਜੀ, ਰਾਤ ਨੂੰ ਵੀ ਥੋੜਾ ਬਹੁਤਾ ਚਾਨਣ ਰਹਿੰਦਾ ਹੈ ਜੀ। ਘੁੱਪ ਹਨੇਰਾ ਹੋਣਾ ਜੀ। ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਜਿੱਥੇ ਘੁੱਪ ਹਨੇਰਾ ਹੋਵੇ, ਬਹੁਤ ਜ਼ਿਆਦਾ ਅੰਧਕਾਰ ਹੋਵੇ, ਉੱਥੇ ਕਰੋੜਾਂ ਸੂਰਜ ਗੁਰੂ ਸਾਹਿਬ ਕਿਰਪਾ ਕਰਨ ਤੇ ਚੜ ਜਾਂਦੇ ਆ ਜੀ। ਭਾਵ ਚਾਨਣ ਹੀ ਚਾਨਣ ਹੋ ਜਾਂਦਾ ਜੀ। ਹਨੇਰੇ ਦਾ ਤੇ ਚਾਨਣ ਦਾ ਮੇਲ ਹੀ ਕੋਈ ਨਹੀਂ ਹੈਗਾ ਜੀ। ਭਾਵ ਜਿੱਥੇ ਕੋਈ ਗਿਆਨ ਨਹੀਂ ਹੈ, ਜਿੱਥੇ ਕੋਈ ਧਿਆਨ ਨਹੀਂ ਹੈ, ਜੇ ਗੁਰੂ ਸਾਹਿਬ ਕਿਰਪਾ ਕਰ ਦੇਣ ਤੇ ਬ੍ਰਹਮ ਗਿਆਨ ਦੀ ਦਾਤ ਦੇ ਦਿੰਦੇ ਹੈ। ਬਿਨਵੰਤ ਨਾਨਕ ਹਰ ਗੁਰ ਦਇਆਰੰ। ਕਦੋਂ? ਮਹਾਰਾਜ ਕਹਿੰਦੇ ਜਦੋਂ ਗੁਰੂ ਕਹੇ ਤੇ ਦਿਆਲੂ ਹੋ ਜਾਵੇ ਜੀ। ਇਹ ਤਾਂ ਗੁਰਬਾਣੀ ਦੇ ਸ਼ਲੋਕ ਦਾ ਪਾਠ ਤੁਹਾਨੂੰ ਤਾਂ ਸੁਣਾਇਆ ਹੈ, ਕਿਤੇ ਸ਼ੰਕਾ ਨਾ ਰਹਿ ਜਾਵੇ ਮਨ ਵਿੱਚ। ਗੁਰੂ ਸਾਹਿਬ ਸਭ ਵਿਧੀਆਂ ਦੇ ਨਾਲ ਪੂਰੇ ਨੇ, ਸਮਰੱਥ ਨੇ, ਜੋ ਚਾਹਣ ਉਹ ਕਰ ਸਕਦੇ ਹੈ। ਹੁਣ ਆਪਾਂ ਲੜੀਵਾਰ ਕਥਾ ਜਿਹੜੀ ਹੈ ਉਹ ਸਾਧ ਸੰਗਤ ਦੀ ਸਰਵਣ ਕਰਨੀ ਹੈ। ਤੇ ਸਾਰੀਆਂ ਸੰਗਤਾਂ ਧਰੋ ਗੁਰੂ ਅਮਰਦਾਸ ਜੀ ਦੇ ਚਰਨਾਂ ਦਾ ਧਿਆਨ ਜੀ। ਆਪਣੀਆਂ ਸੁਰਤੀਆਂ ਬਿਰਤੀਆਂ ਗੋਇੰਦਵਾਲ ਸਾਹਿਬ ਵਿਖੇ ਲੈ ਜਾਓ, ਅਰਦਾਸ ਕਰੋ ਮਹਾਰਾਜ ਤੁਹਾਡੀ ਕਥਾ ਸੁਣਨ ਲੱਗੇ ਆ, ਸਾਡੀਆਂ ਸੁਰਤੀਆਂ ਬਿਰਤੀਆਂ ਗੋਇੰਦਵਾਲ ਸਾਹਿਬ ਹੀ ਪਹੁੰਚ ਜਾਣ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇਮ ਅਚਰਜ ਸਤਿਗੁਰ ਕੇ ਖੇਲ। ਇਸ ਤਰੀਕੇ ਨਾਲ ਕਵੀ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ, ਗੁਰੂ ਸਾਹਿਬ ਦੀਆਂ ਖੇਡਾਂ ਬੜੀਆਂ ਅਚਰਜ ਨੇ ਜੀ, ਹੈਰਾਨ ਕਰਨ ਵਾਲੀਆਂ ਨੇ ਜੀ। ਹਾਂਜੀ। ਜਿਨ ਕੋ ਕੋਈ ਨਾ ਸਕਸ ਪੇਲ। ਕੋਈ ਵੀ ਗੁਰੂ ਸਾਹਿਬ ਦੇ ਕੀਤੇ ਨੂੰ ਉਲਟਾ ਨਹੀਂ ਸਕਦਾ ਜੀ। ਕੋਈ ਵੀ ਗੁਰੂ ਸਾਹਿਬ ਦੇ ਕੀਤੇ ਹੋਏ ਨੂੰ ਉਲਟਾ ਨਹੀਂ ਸਕਦਾ, ਗਲਤ ਨਹੀਂ ਕਰ ਸਕਦਾ। ਚਾਹੈ ਸੋ ਕਰਹਿ ਪ੍ਰਭੂ ਸਮਰੱਥ। ਜੋ ਮਹਾਰਾਜ ਚਾਹਣ ਮਹਾਰਾਜ ਕਰ ਸਕਦੇ ਆ ਜੀ। ਕਿਉਂ? ਕਿਉਂਕਿ ਗੁਰੂ ਅਮਰਦਾਸ ਜੀ ਸਮਰੱਥ ਹਨ। ਹਾਂਜੀ। ਭੰਨਣ ਘੜਨ ਜਿਨਹੂ ਕੇ ਹੱਥ। ਭੰਨਣਾ
ਭਾਵ ਤੋੜ ਦੇਣਾ, ਘੜਨਾ ਭਾਵ ਬਣਾ ਦੇਣਾ। ਭੰਨਣਾ ਤੇ ਘੜਨਾ ਇਹ ਗੁਰੂ ਜੀ ਦੇ ਹੱਥ ਵਿੱਚ ਹੈਗਾ ਜੀ। ਭੰਨ ਘੜ ਬੋ ਸਮਰੱਥ। ਗੁਰੂ ਅੰਗਦ ਦੇਵ ਜੀ ਨੇ 12 ਬਚਨਾਂ ਵਿੱਚੋਂ ਇੱਕ ਇਹ ਵੀ ਵਰ ਦਿੱਤਾ ਸੀਗਾ, ਜਿਹਨੂੰ ਚਾਹੋ ਭੰਨ ਦਿਓ ਤੇ ਜਿਹਨੂੰ ਚਾਹੋ ਘੜ ਦਿਓ। ਪ੍ਰੇਮ ਨਾਲ ਕਹੋ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਇਹ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਬਖਸ਼ਿਸ਼ਾਂ ਕੀਤੀਆਂ ਸਨ। ਹਾਂਜੀ। ਤਦਪ ਜੋ ਆਵਤ ਚੱਲੀ ਅਨਾਦ, ਰਾਖਨ ਹੇਤ ਰਖੈ ਮਰਜਾਦ। ਫਿਰ ਵੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ। ਜੁਗਾਂ ਤੋਂ ਜਿਹੜੀ ਮਰਜ਼ਾਦਾ ਤੁਰੀ ਆ ਰਹੀ ਹੈ ਨਾ, ਮਹਾਰਾਜ ਉਹਨੂੰ ਰੱਖਦੇ ਆ। ਸੰਗਤ ਜੀ, ਮਹਾਰਾਜ ਮਰਿਆਦਾ ਨਹੀਂ ਪਰਮੇਸ਼ਰ ਦੀ ਬਦਲਦੇ ਜੀ। ਹਾਂਜੀ। ਦਇਆ ਸਿੰਧ ਸਿੱਖ ਵਤਸਲ ਮਹਾ। ਗੁਰੂ ਸਾਹਿਬ, ਗੁਰੂ ਅਮਰਦਾਸ ਸਾਹਿਬ ਕੌਣ ਨੇ? ਮਹਾਰਾਜ ਦਇਆ ਦੇ ਸਮੁੰਦਰ ਹੀ ਨੇ ਜੀ। ਭਾਵ ਸਮੁੰਦਰ ਵਿੱਚ ਅਥਾਹ ਪਾਣੀ ਹੈ, ਅੰਤ ਕੋਈ ਨਹੀਂ ਜੀ। ਸਮੁੰਦਰ ਕਿੰਨਾ ਡੂੰਘਾ, ਕੋਈ ਅੰਤ ਨਹੀਂ ਜੀ। ਮਹਾਰਾਜ ਕਿੰਨੇ ਦਿਆਲੂ ਨੇ, ਕਿੰਨੇ ਦਿਆਲੂ ਨੇ, ਇਹਦਾ ਵੀ ਅੰਤ ਹੀ ਕੋਈ ਨਹੀਂ ਹੈਗਾ ਜੀ। ਸਿੱਖਾਂ ਦੇ ਪਿਆਰੇ ਨੇ ਗੁਰੂ ਅਮਰਦਾਸ ਸਾਹਿਬ ਜੀ। ਹਾਂਜੀ। ਜਸ ਵਿਸਤ੍ਰਿਤ ਭਇਓ ਜਿਹ ਕਹਾਂ। ਜਿੱਥੇ ਕਿੱਥੇ ਨਹੀਂ ਮਹਾਰਾਜ ਦਾ ਜਸ ਫੈਲ ਗਿਆ ਜੀ। ਭਾਈ ਗੋਇੰਦਵਾਲ ਸਾਹਿਬ ਵਿੱਚ ਜਿੰਨਾ ਚਿਰ ਮਹਾਰਾਜ ਦਾ ਸਰੀਰ ਹੈ, ਉਹਨਾਂ ਚਿਰ ਤੱਕ ਜੰਮ ਨਹੀਂ ਆ ਸਕਦਾ। ਹਾਂਜੀ। ਨਿਜ ਪੁਰਮੈ ਗੁਰਪੁਰਖ ਅਗਾਧ, ਬਰਜੀ ਆਦਰੋ ਵਿਆਦ ਉਪਾਦ। ਕੱਲਾ ਜੰਮ ਨਹੀਂ, ਜੋ ਸੰਕਟ ਨੇ, ਬਿਮਾਰੀਆਂ ਨੇ, ਇਹ ਵੀ ਮਹਾਰਾਜ ਨੇ ਰੋਕ ਦਿੱਤੀਆਂ ਵੀ ਇਹ ਨਹੀਂ ਆਉਣਗੀਆਂ ਇੱਥੇ ਜੀ। ਹਾਂਜੀ। ਤਬ ਅਕਬਰ ਦਿੱਲੀ ਤੇ ਆਵਾ, ਸਲਤਾ ਉਤਰ ਸਿਵਰ ਨਿਜ ਪਾਵਾ। ਉਧਰ ਅਕਬਰ ਬਾਦਸ਼ਾਹ ਜਿਹੜਾ ਇਸ ਦੇਸ਼ ਦਾ ਬਾਦਸ਼ਾਹ ਸੀ, ਉਹਦੇ ਮਨ ਵਿੱਚ ਫੁਰਨਾ ਬਣਿਆ, ਐਸੇ ਗੁਰੂ ਜੀ ਦੇ ਮੈਂ ਵੀ ਦਰਸ਼ਨ ਕਰਕੇ ਆਵਾਂ ਜੀ। ਗੱਜ ਕੇ ਆਖੋ ਵਾਹਿਗੁਰੂ। ਬੜੇ ਚਿਰ ਦਾ ਸਾਧ ਸੰਗਤ ਜੀ ਉਹ ਸੋਚ ਰਿਹਾ ਸੀ ਤੇ ਸਮਾਂ ਨਹੀਂ ਸੀ ਬਣਦਾ ਜੀ। ਕਈ ਬੰਦੇ ਸੋਚਦੇ ਆ, ਸਮਾਂ ਨਹੀਂ ਬਣਦਾ ਜੀ। ਉਹ ਕੁਦਰਤੀ ਬਿਆਸ ਦੇ ਕੰਢੇ ਤੇ ਆਇਆ ਸੀਗਾ ਜੀ। ਹਾਂਜੀ। ਲਵਪੁਰ ਕੋ ਗਮਨਤ ਤੈ ਰਹਿਓ। ਉਹ ਲਾਹੌਰ ਨੂੰ ਜਾ ਰਿਹਾ ਸੀਗਾ ਸਾਧ ਸੰਗਤ ਜੀ, ਬਾਦਸ਼ਾਹ। ਹਾਂਜੀ। ਨਿਕਟ ਹੋਏ ਗੁਰ ਕੇ ਸਿੱਖ ਕਹਿਓ। ਤੇ ਬਾਦਸ਼ਾਹ ਦੇ ਕੋਲ ਵੀ ਗੁਰੂ ਦੇ ਸਿੱਖ ਰਹਿੰਦੇ ਸਨ ਜੀ, ਕੰਮ ਕਰਨ ਵਾਲੇ ਜੀ ਉਹਦੇ ਕੋਲ। ਤੇ ਬਾਦਸ਼ਾਹ ਨੇ ਬੜੀ ਵਾਰੀ ਆਪਣੇ ਦਰਬਾਰ ਵਿੱਚ ਕਿਹਾ ਸੀ ਕਿ ਮੈਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਗੁਰੂ ਦੇ ਸਿੱਖ ਨੇ ਵੇਖਿਆ ਵੀ ਇਹ ਬਿਆਸਾ ਦੇ ਕੰਢੇ ਆਇਆ ਤੇ ਗੋਇੰਦਵਾਲ ਸਾਹਿਬ ਇੱਥੇ ਹੀ ਹੈ, ਤੇ ਗੋਇੰਦਵਾਲ ਸਾਹਿਬ ਚ ਮਹਾਰਾਜ ਸੱਚੇ ਪਾਤਸ਼ਾਹ ਨੇ। ਹਾਂਜੀ। ਹਜ਼ਰਤ ਸੋ ਸਤਿਗੁਰ ਇਸ ਪੁਰ ਹੈ। ਇਸ ਕਰਕੇ ਸਿੱਖ ਨੇ ਆਖਿਆ, ਬਾਦਸ਼ਾਹ ਜਿਸ ਗੁਰੂ ਜੀ ਦੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ ਨਾ, ਉਹ ਗੁਰੂ ਸਾਹਿਬ ਇੱਥੇ ਹੀ ਨੇ, ਗੋਇੰਦਵਾਲ ਸਾਹਿਬ ਵਿੱਚ ਨੇ। ਜਿਨ ਕੋ ਬਚਨ ਆਪ ਕੋ ਫੁਰ ਹੈ। ਤੇ ਜਿਨ੍ਹਾਂ ਦਾ ਬਚਨ ਪੂਰਾ ਹੁੰਦਾ ਹੈ, ਤੇ ਜਿਨ੍ਹਾਂ ਦੇ ਬਚਨ ਦੇ ਨਾਲ ਚਿਤੌੜ ਦਾ ਕਿਲਾ ਜਿੱਤਿਆ ਗਿਆ ਸੀਗਾ। ਹਾਂਜੀ। ਸੁਨ ਅਕਬਰ ਨੇ ਹਿਰਦੇ ਵਿਚਾਰੀ। ਅਕਬਰ ਨੇ ਧਿਆਨ ਨਾਲ ਸੁਣਿਆ। ਅਕਬਰ ਨੇ ਵਿਚਾਰ ਕੀਤੀ ਵੀ ਇਹਦੇ ਤੋਂ ਵਧੀਆ ਹੋਰ ਕੀ ਕੰਮ ਹੋ ਸਕਦਾ ਹੈ। ਲਾਹੌਰ ਜਾਣਾ ਹੈ, ਰਸਤੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਣਗੇ। ਹਾਂਜੀ। ਗੜ ਚਿਤੌੜ ਕੀ ਬਾਤ ਚਿਤਾਰੀ। ਉਹਨੇ ਉਹ ਚਿਤੌੜ ਦੀ ਗੱਲ ਚੇਤਾ ਕੀਤੀ ਜੀ, ਕਿਵੇਂ ਮਹਾਰਾਜ ਦਾ ਬਚਨ ਪੂਰਾ ਹੋਇਆ ਜੀ। ਹਾਂਜੀ। ਧਰ ਪ੍ਰਤੀਤ ਦਰਸ਼ਨ ਕੋ ਚਾਹਿਓ। ਇਸ ਕਰਕੇ ਅਕਬਰ ਬੜਾ ਭਰੋਸਾ ਰੱਖ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਜੀ। ਵੇਖੋ, ਦੇਸ਼ ਦਾ ਬਾਦਸ਼ਾਹ ਗੁਰੂ ਜੀ ਦੇ ਦਰਸ਼ਨ ਕਰਨ ਆ ਰਿਹਾ। ਸਾਡੇ ਕਿੰਨੇ ਵੱਡੇ ਭਾਗ ਨੇ, ਅਸੀਂ ਗੁਰੂ ਜੀ ਦੇ ਸਿੱਖ ਹੈਗੇ ਆ ਜੀ। ਗੱਜ ਕੇ ਆਖੋ ਵਾਹਿਗੁਰੂ। ਅਕਬਰ ਬਾਦਸ਼ਾਹ ਬੜੇ ਭਰੋਸੇ ਨਾਲ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਇਆ ਜੀ। ਹਾਂਜੀ। ਉੱਤਮ ਲੀਨ ਉਪਾਇਨ ਪਾਹਿਓ। ਬੜੀਆਂ ਉੱਤਮ ਭੇਟਾਵਾਂ ਨਜ਼ਰਾਨੇ ਗੁਰੂ ਸਾਹਿਬ ਵਾਸਤੇ ਲੈ ਕੇ ਆਇਆ, ਖਾਲੀ ਹੱਥ ਨਹੀਂ ਆਇਆ ਜੀ। ਸੁਧ ਦਾਬੇ ਹਿਤ ਪਠਿਓ ਮੁਸਾਹਿਬ। ਤੇ ਗੁਰੂ ਸਾਹਿਬ ਨੂੰ ਖਬਰ ਦੇਣ ਵਾਸਤੇ ਬਾਦਸ਼ਾਹ ਲੋਕ ਇਸ ਤਰ੍ਹਾਂ ਕਰਦੇ ਸਨ ਵੀ ਇੱਕ ਬੰਦਾ ਪਹਿਲਾਂ ਹੀ ਅੱਗੇ ਭੇਜ ਦਿੰਦੇ ਸੀ ਵੀ ਮੈਂ ਆ ਰਿਹਾ। ਇੱਕ ਬੰਦਾ ਭੇਜਿਆ ਇਹਨੇ ਦਰਬਾਰੀ। ਤੀਰ ਬਾਪਿਕਾ ਬੈਠੇ ਸਾਹਿਬ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਉਸ ਸਮੇਂ
ਬੌਲੀ ਸਾਹਿਬ ਬੈਠੇ ਸੀਗੇ ਜੀ, ਜਿਹੜਾ ਥੜਾ ਗੁਰੂ ਰਾਮਦਾਸ ਜੀ ਨੇ ਬਣਾਇਆ ਸੀ। ਦਰਬਾਰ ਲੱਗਾ, ਸੰਗਤਾਂ ਸੇਵਾ ਕਰ ਰਹੀਆਂ, ਗੁਰੂ ਅਮਰਦਾਸ ਜੀ ਬੈਠੇ ਹੈ, ਗੁਰੂ ਜੀ ਦੇ ਸੀਸ ਉੱਤੇ ਚੌਰ ਸਾਹਿਬ ਹੋ ਰਿਹਾ ਜੀ। ਹਾਂਜੀ। ਬੱਲੂ ਬੋਲਿਓ ਬੰਦਤ ਹਾਥ। ਤੇ ਭਾਈ ਬੱਲੂ ਜੀ ਨੂੰ ਪਤਾ ਲੱਗਾ ਵੀ ਅਕਬਰ ਦਾ ਦਰਬਾਰੀ ਆਇਆ ਹੈ। ਤੇ ਭਾਈ ਬੱਲੂ ਜੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਜੀ, ਪਾਤਸ਼ਾਹ ਇਹ ਦਿੱਲੀ ਨਾਥ। ਹੇ ਸੱਚੇ ਪਾਤਸ਼ਾਹ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਦਿੱਲੀ ਦਾ ਮਾਲਕ ਅਕਬਰ ਬਾਦਸ਼ਾਹ, ਹਾਂਜੀ, ਦਰਸ਼ਨ ਕੋ ਆਵਤ ਧਰ ਭਾਊ। ਉਹ ਮਹਾਰਾਜ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਨੇੜੇ ਹੀ ਉਤਰਿਆ ਸੱਚੇ ਪਾਤਸ਼ਾਹ। ਬੜੇ ਪਿਆਰ ਨਾਲ ਅਕਬਰ ਜਿਹੜਾ ਉਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ। ਹਾਂਜੀ। ਚਾਹਿਆ ਪਾਂਡਵੇ ਇਸ ਅਗਵਾਊ। ਤੇ ਸੱਚੇ ਪਾਤਸ਼ਾਹ ਉਹਦਾ ਦਰਬਾਰੀ ਆਇਆ ਹੈ। ਤੇ ਮਹਾਰਾਜ ਦਿੱਲੀ ਦਾ ਬਾਦਸ਼ਾਹ ਹੈ, ਮੁਲਕ ਦਾ ਮਾਲਕ ਹੈ। ਤੇ ਜੇ ਮਹਾਰਾਜ ਤੁਸੀਂ ਆਗਿਆ ਦਿਓ ਤੇ ਵਧੀਆ ਕੱਪੜੇ ਵਿਛਾ ਦਈਏ, ਵਧੀਆ ਕੱਪੜੇ ਵਿਛਾ ਦਈਏ। ਹਾਂਜੀ। ਇਮ ਕਹਿ ਆਇਸ ਲੈ ਉਤਲਾਵੇ। ਹਾਂਜੀ। ਰੁਚਿਰ ਪਟੰਬਰ ਬਹੁ ਮੰਗਵਾਏ। ਉਹ ਮਹਾਰਾਜ ਕਹਿਣ ਲੱਗੇ, ਵੇਖ ਲਓ ਜਿਵੇਂ ਤੁਸੀਂ ਕਰਨਾ ਕਰ ਲਓ, ਸਾਨੂੰ ਕੋਈ ਮਤਲਬ ਨਹੀਂ ਹੈਗਾ। ਤੇ ਰੇਸ਼ਮ ਦੇ ਕੱਪੜੇ ਵਿਛਾਏ ਜੀ ਹੇਠਾਂ ਉਹਦੇ ਬਾਦਸ਼ਾਹ ਵਾਸਤੇ ਜੀ। ਇਹ ਹੁਣ ਕਈ ਤੁਸੀਂ ਇਹ ਨਾ ਕਿਉਂ ਵੀ ਇਹ ਕਿਉਂ ਕੀਤਾ। ਸਾਡੇ ਘਰ ਵਧੀਆ ਪ੍ਰਾਹੁਣੇ ਨੇ ਆਉਣਾ ਹੋਵੇ, ਅਸੀਂ ਚਾਦਰਾਂ ਬਦਲ ਦਿੰਦੇ ਜੀ ਆਪਣੇ ਘਰ ਦੀਆਂ ਜੀ। ਬਾਦਸ਼ਾਹ ਨੇ ਆਉਣਾ, ਭਾਈ ਬੱਲੂ ਜੀ ਨੇ ਆਪਣੀ ਬੁੱਧੀ ਮੁਤਾਬਕ ਕੱਪੜੇ ਵਿਛਾ ਦਿੱਤੇ ਜੀ ਥੱਲੇ ਰੇਸ਼ਮ ਦੇ। ਚੱਲਿਓ ਸਿਵਰ ਤੇ ਅਕਬਰ ਸ਼ਾਹੂ। ਉਧਰ ਮਹਾਰਾਜ ਨੇ ਆਗਿਆ ਦੇਤੀ ਵੀ ਬਾਦਸ਼ਾਹ ਨੂੰ ਕੋ ਆ ਜਾਏ। ਬਾਦਸ਼ਾਹ ਅਕਬਰ ਜਿਹੜਾ ਨੰਗੇ ਪੈਰ ਬੜੀ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੇ ਕੋਲ ਆਇਆ ਜੀ। ਗੁਰੂ ਸਾਹਿਬ ਦੇ ਦਰਸ਼ਨਾਂ ਲਈ ਨਾ ਜੀ ਤੁਰ ਪਿਆ। ਤੇ ਹੁਣ ਤੁਸੀਂ ਇੱਕ ਗੱਲ ਧਿਆਨ ਨਾਲ ਸੁਣਿਓ, ਬੜੇ ਮਨੁੱਖ ਉਹਦੇ ਨਾਲ ਨੇ ਜੀ, ਗੱਜ ਕੇ ਆਖੋ ਵਾਹਿਗੁਰੂ। ਬੜੀ ਭੀੜ ਹੈ ਉਹਦੇ ਨਾਲ ਜੀ, ਉਹਦੀ ਫੌਜਾਂ ਨੇ, ਦਰਬਾਰੀ ਨੇ, ਹੋਰ ਉਹਦੇ ਵਜ਼ੀਰ ਨੇ ਬੜੇ ਬੜੇ ਜੀ। ਬਾਦਸ਼ਾਹ ਨੰਗੇ ਪੈਰ ਚੱਲ ਕੇ ਆਇਆ ਜੀ। ਹਾਂਜੀ। ਅਸਵਾਰੀ ਤਜ ਅਧਿਕ ਬਾਹੂ। ਸਵਾਰੀ ਸੈਨਾ ਸਾਰਾ ਕੁਝ ਜਿਹੜਾ ਹੈ ਨਾ ਜੀ, ਉਹ ਕਹਿੰਦਾ ਤੁਸੀਂ ਰਹਿਣ ਦਿਓ, ਮੈਂ ਆਪ ਜਾਵਾਂਗਾ, ਨੰਗੇ ਪੈਰ ਜਾਵਾਂਗਾ ਮਹਾਰਾਜ ਦੇ ਕੋਲ ਜੀ। ਹਾਂਜੀ। ਤਹ ਤੇ ਕਰੇ ਪਾਵਡੇ ਪਾਵਨ। ਬਸ ਫਿਰ ਕੀ ਸੀਗਾ ਜੀ, ਉਹ ਸਾਰੇ ਇੱਕ ਪਾਸੇ ਹੋ ਗਏ। ਕੁਝ ਵਜ਼ੀਰ ਉਹਦੇ ਨਾਲ ਤੁਰ ਪਏ ਜੀ ਬਾਦਸ਼ਾਹ ਦੇ। ਭੇਟਾਵਾਂ ਲੈ ਕੇ, ਨਜ਼ਰਾਨਾ ਲੈ ਕੇ ਬਾਦਸ਼ਾਹ ਤੁਰ ਪਿਆ। ਤੇ ਉੱਥੋਂ ਨਾ ਜੀ ਉਹਦੇ ਤੰਬੂ ਤੋਂ ਲੈ ਕੇ ਗੁਰੂ ਸਾਹਿਬ ਤੱਕ ਕੱਪੜੇ ਵਿਛੇ ਹੋਏ ਸਨ ਜੀ, ਬੜੇ ਵਧੀਆ ਮੁਲਾਇਮ ਕੱਪੜੇ ਵਿਛੇ ਸਨ। ਹਾਂਜੀ। ਮ੍ਰਿਦੁਲ ਪਟੰਬਰ ਹਿਤ ਸੁਖ ਪਾਵਨ। ਤਾਂ ਕਿ ਬਾਦਸ਼ਾਹ ਨੇ ਨੰਗੇ ਪੈਰ ਆਉਣਾ ਤੇ ਉਹਦੇ ਪੈਰਾਂ ਨੂੰ ਤੰਗੀ ਨਾ ਹੋਵੇ ਜੀ। ਕੱਪੜੇ ਵਿਛੇ ਹੋਏ ਸਨ ਜੀ। ਹਾਂਜੀ। ਸ਼ੁਭ ਮਤ ਸ਼ਾਹ ਬਿਲੋਕਨ ਕਰਿਓ। ਗੱਜ ਕੇ ਆਖੋ ਪਰ ਕੋਈ ਰੱਬ ਦੀ ਮਿਹਰ ਜੀ ਬਾਦਸ਼ਾਹ ਅਕਬਰ ਉੱਤੇ ਜੀ। ਹਾਂਜੀ। ਇਹਦੇ ਅੰਦਰ ਚੰਗੀ ਮੱਤ ਨੇ ਪ੍ਰਵੇਸ਼ ਕੀਤਾ, ਬੜੀ ਨਿਮਰਤਾ ਆਈ ਜੀ ਬਾਦਸ਼ਾਹ ਦੇ ਅੰਦਰ। ਹਾਂਜੀ। ਉਪਰ ਪਾਮ ਨਾ ਇਸਕੇ ਧਰਿਓ। ਕਹਿਣ ਲੱਗਾ ਨਾ ਨਾ ਨਾ, ਮੈਂ ਗੁਰੂ ਜੀ ਦੇ ਕੋਲ ਜਾਣਾ ਤੇ ਬਾਦਸ਼ਾਹ ਬਣ ਕੇ ਨਹੀਂ ਜਾਣਾ। ਗੱਜ ਕੇ ਆਖੋ ਕੋਈ ਰੱਬ ਦੀ ਮਿਹਰ ਹੋਏਗੀ ਉਹਦੇ ਤੇ ਜੀ। ਹਾਂਜੀ। ਨਹੀਂ ਤੇ ਹਉਮੈ ਬੜੀ ਤੰਗ ਕਰਦੀ ਜੀ ਬੰਦੇ ਨੂੰ। ਮਾੜਾ ਮੋਟਾ ਹੀ ਕਿਸੇ ਨੂੰ ਛੋਟੀ ਮੋਟੀ ਪਦਵੀ ਮਿਲ ਜੇ ਨਾ ਜੀ, ਉਹੋ ਹੀ ਨਹੀਂ ਟਿਕਣ ਦਿੰਦੀ ਜੀ। ਹਾਂਜੀ। ਬਾਦਸ਼ਾਹ ਜਿਹੜਾ ਕਹਿਣ ਲੱਗਾ ਮੈਂ ਬਾਦਸ਼ਾਹ ਬਣ ਕੇ ਨਹੀਂ ਜਾਣਾ, ਮੈਂ ਨੀਵਾਂ ਹੋ ਕੇ ਗੁਰੂ ਜੀ ਦੇ ਕੋਲ ਜਾਣਾ ਜੀ। ਉਹਨੇ ਉਸ ਕੱਪੜੇ ਤੇ ਪੈਰ ਨਹੀਂ ਰੱਖਿਆ ਤੇ ਪਤਾ ਕੀ ਕੀਤਾ ਜੀ, ਉਹ ਕੱਪੜੇ ਆਪਣੇ ਹੱਥਾਂ ਨਾਲ ਚੁੱਕਣੇ ਸ਼ੁਰੂ ਕਰ ਦਿੱਤੇ ਜੀ। ਹਾਂਜੀ। ਨਿਜ ਕਰਤੇ ਉਠਵਾਏ ਨਿਰਵਾਰੇ। ਤੇ ਆਪ ਆਪਣੇ ਹੱਥਾਂ ਨਾਲ ਚੁੱਕ ਕੇ ਪਰਾਂ ਕਰਾ ਦਿੱਤੇ ਵੀ ਪਰਾਂ ਕਰ ਦਿਓ, ਮੈਂ ਕਿਸੇ ਰੇਸ਼ਮੀ ਕੱਪੜੇ ਤੇ ਆਪਣਾ ਪੈਰ ਨਹੀਂ ਰੱਖਣਾ, ਨੰਗੇ ਪੈਰ ਜਾਣਾ ਗੁਰੂ ਜੀ ਦੇ ਦਰਸ਼ਨਾਂ ਵਾਸਤੇ। ਇੱਕ ਗੱਲ ਚੇਤਾ ਰੱਖਿਓ, ਆਪਾਂ ਵੀ ਗੁਰੂ ਜੀ ਦੇ ਦਰਸ਼ਨ ਕਰਨ ਆਏ ਆ ਨਾ ਸਾਰੇ।
ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਰਸਤੇ ਵਿੱਚ ਆਉਂਦਿਆਂ ਜੇ ਕੋਈ ਖੇਚਲ ਹੋ ਜਾਵੇ ਤੇ ਬੜੀ ਚੰਗੀ ਗੱਲ ਹੈ ਜੀ। ਚਲੋ ਮਹਾਰਾਜ ਨੇ ਹੁਣ ਸਾਨੂੰ ਸਾਧਨ ਦਿੱਤੇ ਆ, ਬੜੇ ਵਧੀਆ ਵਧੀਆ ਸਾਧਨ ਦਿੱਤੇ ਆ, ਪਰ ਜੇ ਕਿਤੇ ਤੁਰ ਕੇ ਆਉਣਾ ਪੈ ਜੇ ਤੇ ਹੋਰ ਚੰਗੀ ਗੱਲ ਹੈ, ਹੋਰ ਚੰਗੀ ਗੱਲ ਹੈ ਜੀ। ਹਾਂਜੀ, ਗਮਨਿਓ ਪਗਨ ਨਮਰਤਾ ਧਾਰੇ। ਬਸ ਉਹ ਨੰਗੇ ਪੈਰ ਹੀ ਤੁਰ ਪਿਆ ਜੀ, ਨਿਮਰਤਾ ਧਾਰਨ ਕਰਕੇ ਨਾ। ਮੌਕੇ ਦਾ ਬਾਦਸ਼ਾਹ ਹੈ ਹਿੰਦੁਸਤਾਨ ਦਾ, ਨੰਗੇ ਪੈਰ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਇਆ ਜੀ। ਸ਼੍ਰੀ ਗੁਰ ਕੇ ਸਮੀਪ ਚਲ ਆਇਵ, ਹਾਂਜੀ। ਅੰਗ ਬਿਭੂਖਨ ਸੰਗ ਸੁਹਾਇਵ। ਕੱਪੜੇ ਬਾਦਸ਼ਾਹਾਂ ਵਾਲੇ ਪਾਏ ਐ, ਗਹਿਣੇ ਵੀ ਪਾਏ ਐ, ਪਰ ਬੜੀ ਨਿਮਰਤਾ ਦੇ ਨਾਲ ਬਾਦਸ਼ਾਹ ਅਕਬਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਜਾਤ ਰੂਪ ਕੇ ਜਰਤੀ ਕਰੇ, ਜ਼ਾਹਰ ਜੋਤ ਜਵਾਹਰ ਜਰੇ। ਬਾਦਸ਼ਾਹ ਨੇ ਜਿਹੜੇ ਕੱਪੜੇ ਪਾਏ ਆ ਜੀ, ਉਹ ਬੜੇ ਕੀਮਤੀ ਪਾਏ ਆ, ਨਗ ਲੱਗੇ ਹੋਏ ਆ, ਚਮਕਣ ਦੇ ਆ ਜੀ। ਉਤੋਂ ਧੁੱਪ ਪਵੇ ਜੀ ਉਹਨਾਂ ਨਗਾਂ ਤੇ ਜੀ, ਉਹ ਹੋਰ ਚਮਕਣ ਜੀ। ਹਾਂਜੀ, ਦਮਕ ਹੈ ਹੀਰਾ ਅਰਗਨ ਮੋਤੀ। ਮਤਲਬ ਬਾਦਸ਼ਾਹ ਦੇ ਜਿਹੜੇ ਕੱਪੜੇ ਸਨ ਨਾ ਜੀ ਅਕਬਰ ਦੇ, ਉਹਦੇ ਵਿੱਚ ਹੀਰੇ ਲੱਗੇ ਹੋਏ ਸਨ ਜੀ। ਹੀਰੇ ਲੱਗੇ ਨਾ ਬਾਦਸ਼ਾਹਾਂ ਦੇ ਕੱਪੜੇ, ਇਹਨਾਂ ਦੇ ਬਸਤਰ ਬੜੇ ਮਹਿੰਗੇ ਹੁੰਦੇ ਜੀ। 2 ਕਰੋੜ ਦਾ ਟਿਫਨ, 2 ਕਰੋੜ ਦਾ ਟਿਫਨ ਹੈਦਰਾਬਾਦ ਦੇ ਨਿਜ਼ਾਮ ਦਾ ਸੀਗਾ ਜੀ। ਹਾਂਜੀ, 2 ਕਰੋੜ ਦਾ ਟਿਫਨ ਹੀ ਜੀ, ਤੇ ਆਪਾਂ 20 ਰੁਪਏ ਵਾਲੇ ਟਿਫਨ ਨਾਲ ਵੀ ਗੁਜ਼ਾਰਾ ਕਰ ਲੈਂਦੇ ਹਾਂ ਜੀ। ਬਾਦਸ਼ਾਹਾਂ ਦੇ ਵਿੱਚ ਫਰਕ ਬੜਾ ਜੀ। ਉਹ ਹੀਰੇ ਮੋਤੀ ਚਮਕਾਂ ਮਾਰਨ ਜੀ ਉਹਦੇ ਕੱਪੜਿਆਂ ਦੇ ਵਿੱਚ। ਬਹੁ ਮੋਲੇ ਸ਼ੋਭਾ ਬੜ ਹੋਤੀ। ਬੜੇ ਕੀਮਤੀ ਕੱਪੜੇ ਜੀ, ਬੜੀ ਸ਼ੋਭਾ ਹੈ ਉਹਨਾਂ ਕੱਪੜਿਆਂ ਦੀ ਜਿਹੜੇ ਪਾਏ ਆ ਜੀ ਉਹਨੇ। ਹਾਂਜੀ, ਸੁੰਦਰ ਸੂਖਮ ਬਸਤਰ ਸੁਹਾਇਤ, ਹੋਤ ਸਤੂਯਮਾਨ ਮਲ ਆਵਤ। ਤੇ ਬੜਾ ਉਤਸਵਵਾਨ ਹੈਗਾ ਜੀ, ਇਹ ਉਸਤਤਵਾਨ ਹੈਗਾ ਜੀ, ਉਸਤਤਵਾਨ ਹੈ। ਹਾਂਜੀ, ਬੜੀ ਸ਼ੋਭਾ ਵਾਲਾ ਅਕਬਰ ਬਾਦਸ਼ਾਹ, ਬੜਾ ਵਧੀਆ ਰੂਪ ਹੈ, ਸਾਰੇ ਦੇਸ਼ ਦਾ ਮਾਲਕ ਹੈ, ਪਰ ਕੱਪੜੇ ਤੇ ਬੜੇ ਕੀਮਤੀ ਪਾਏ ਹੈ, ਪੈਰਾਂ 'ਚ ਨਹੀਂ ਜੋੜਾ ਪਾਇਆ ਜੀ, ਨੰਗੇ ਪੈਰ ਚੱਲ ਕੇ ਆ ਰਿਹਾ। ਹਾਂਜੀ, ਲੱਖੋਂ ਸੀਸ ਨਮਰ ਜਿਸ ਆਗੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਲੱਖਾਂ ਸਿਰ ਹਰ ਰੋਜ਼ ਅਕਬਰ ਬਾਦਸ਼ਾਹ ਦੇ ਅੱਗੇ ਝੁਕਦੇ ਆ ਜੀ। ਮਹਾ ਪ੍ਰਤਾਪਵੰਤ ਦੁੱਤ ਜਾਗੇ। ਬੜਾ ਵੱਡਾ ਪ੍ਰਤਾਪ ਹੈ ਜੀ ਉਹਦਾ ਜੀ, ਬੜਾ ਵੱਡਾ ਪ੍ਰਤਾਪ ਹੈ। ਇਹ ਰਾਜੇ ਮਹਾਰਾਜੇ ਜਿਹੜੇ ਆ ਨਾ, ਜੇ ਤੁਸੀਂ ਵੇਖਣਾ ਹੋਵੇ ਜੀ, ਜਿੰਨੇ ਕਿਤੇ ਇਹੋ ਜਿਹਾ ਨਜ਼ਾਰਾ ਵੇਖਣਾ ਹੋਵੇ ਤੇ YouTube ਤੇ ਨਿਜ਼ਾਮ ਹੈਦਰਾਬਾਦ ਕਰਕੇ ਲਿਖ ਲਿਓ ਜੀ। ਹੈਦਰਾਬਾਦ ਦਾ ਜਿਹੜਾ ਨਿਜ਼ਾਮ ਹੈ, ਅੰਗਰੇਜ਼ਾਂ ਦੇ ਸਮੇਂ ਵੀ ਉਹਦਾ ਰਾਜ ਰਿਹਾ ਹੈਦਰਾਬਾਦ ਵਿੱਚ, ਰਾਜੇ ਮਹਾਰਾਜਿਆਂ ਦੀ ਤਰ੍ਹਾਂ ਉਹ ਰਹਿੰਦਾ ਸੀਗਾ ਜੀ। ਕਿਵੇਂ ਦਰਬਾਰ ਸਜਦਾ, ਕਿਵੇਂ ਉਹਦੇ ਤੇ ਚੌਰ ਹੁੰਦੇ, ਕਿਵੇਂ ਉਹ ਹਾਥੀ ਤੇ ਜਾਂਦਾ, ਕਿਵੇਂ ਉਹਨੂੰ ਸਲਾਮੀਆਂ ਹੁੰਦੀਆਂ ਜੀ, ਉਹ ਸਾਰਾ ਕੁਝ ਹੈਗਾ ਜੀ ਉਹਦੇ ਵਿੱਚ ਜੀ। ਤੇ ਮੈਂ ਜਦੋਂ ਵੇਖਿਆ ਮੈਂ ਹੈਰਾਨ ਹੋ ਗਿਆ ਜੀ। ਉੱਥੇ ਜਾ ਕੇ ਹੈਦਰਾਬਾਦ ਵੀ ਵੇਖ ਕੇ ਆਏ ਜੀ ਅਸੀਂ ਸਾਰਾ ਕੁਝ। ਉਹਦੇ ਕੱਪੜੇ ਲੱਗੇ ਜੀ ਬੜੇ ਬੜੇ ਕੀਮਤੀ, ਬੜੇ ਬੜੇ ਬੇਸ਼ਕੀਮਤੀ ਜੀ। ਹੁਣ ਲੱਖਾਂ ਲੋਕ ਬਾਦਸ਼ਾਹ ਦੇ ਅੱਗੇ ਰੋਜ਼ ਝੁਕਦੇ ਜੀ, ਤੇ ਜਿੱਥੇ ਲੱਖਾਂ ਲੋਕ ਝੁਕਦੇ ਆ, ਪ੍ਰਤਾਪ ਬੜਾ ਵੱਡਾ ਜੀ ਉਹਦਾ ਜੀ, ਫੌਜਾਂ ਦਾ ਮਾਲਕ ਹੈ। ਹਾਂਜੀ, ਕੰਚਨ ਸ਼ਰੀਦਾਰ ਅਗਵਾਊ। ਸੋਨੇ ਦੀਆਂ ਸੋਟੀਆਂ ਵਾਲੇ ਚੋਬਦਾਰ ਜਿਹੜੇ ਸੀ ਨਾ, ਉਹ ਅੱਗੇ ਅੱਗੇ ਆ ਰਹੇ ਸੀਗੇ ਜੀ ਉਹਦੇ। ਹਾਥ ਬੈਤ ਧਾਰੀ ਸਮਦਾਊ। ਤੇ ਸਾਧ ਸੰਗਤ ਦੇ ਹੱਥਾਂ ਵਿੱਚ ਉਹ ਵੱਡੇ ਬੈਤ ਫੜੇ ਹੋਏ ਸਨ ਜੀ ਉਹਨਾਂ ਨੇ। ਸੂਰਜਮੁਖੀ ਜਿਹੜੇ ਹੁੰਦੇ ਆ ਉਹ ਵੀ ਫੜੇ ਹੋਏ ਸਨ ਜੀ। ਹਾਂਜੀ, ਬਸਤਰ ਬਿਭੂਖਨ ਸੁੰਦਰ ਜਿਨਕੇ। ਅੱਛਾ, ਉਹ ਜਿਹੜੇ ਚੋਬਦਾਰ ਹੁੰਦੇ ਆ ਉਹਨਾਂ ਦੇ ਕੱਪੜੇ ਵੀ ਬੜੇ ਸੋਹਣੇ ਹੁੰਦੇ ਆ ਜੀ। ਦਰਬਾਰ ਸਾਹਿਬ ਸਵੇਰੇ ਵੇਖਿਓ ਜੀ, ਉਹ ਚਾਂਦੀ ਦੀਆਂ ਚੋਬਾਂ ਲੈ ਕੇ ਮਹਾਰਾਜ ਅੱਗੇ ਤੁਰਦੇ ਜੀ। ਹੁਣ ਤਾਂ ਸੋਨੇ ਦੀਆਂ ਸ਼ਾਇਦ ਫੜਦੇ ਆ ਜੀ ਉਹ ਅੰਮ੍ਰਿਤ ਵੇਲੇ ਜੀ। ਉਹ ਬੜੇ ਵਧੀਆ ਪੀਲੇ ਬਸਤਰ, ਗੋਟਾ ਲੱਗਾ ਹੁੰਦਾ ਜੀ ਉਹਨਾਂ ਉੱਤੇ ਜੀ। ਉਹੋ ਜਿਹੇ ਬਸਤਰ ਚੋਬਦਾਰਾਂ ਨੇ ਪਾਏ ਆ। ਹਾਂਜੀ, ਚਾਹੋਂ ਦਿਸ਼ ਢੋਲ ਚਲਤ ਸੰਗ ਤਿਨਕੇ। ਤੇ ਚਾਰੇ ਪਾਸੇ ਉਹ ਵੇਖ ਰਹੇ ਆ ਤੇ ਲੋਕਾਂ ਨੂੰ ਪਰਾਂ ਕਰਨ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਜੀ।
ਹਾਂਜੀ। ਦਰਸ਼ਨ ਕਰਤ ਨਾਮ ਹੋਏ ਬੈਠੇ, ਹਾਂਜੀ। ਅਦਬ ਕਰੇ ਕਰ ਪਾਦ ਇਕੱਠੇ। ਗੱਜ ਕੇ ਆਖੋ। ਤੇ ਸਾਧ ਸੰਗਤ ਜੀ, ਇੱਕ ਬੰਨੇ ਦੇਸ਼ ਦਾ ਬਾਦਸ਼ਾਹ ਆ ਰਿਹਾ, ਇੱਕ ਬੰਨੇ ਸੱਚਖੰਡ ਦਾ ਪਾਤਸ਼ਾਹ ਬੈਠਾ ਹੈ ਜੀ। ਬੜਾ ਫਰਕ ਹੈ। ਗੱਜ ਕੇ ਆਖੋ ਵਾਹਿਗੁਰੂ। ਦੇਸ਼ ਦਾ ਬਾਦਸ਼ਾਹ ਸਾਧ ਸੰਗਤ ਜੀ, ਇੱਕ ਦੇਸ਼ ਦਾ ਇੱਕ ਬਾਦਸ਼ਾਹ ਜੀ। ਤੇ ਮੰਨ ਲਓ 250 ਦੇਸ਼ ਹੈ, ਤੇ ਸਾਧ ਸੰਗਤ ਜੀ 250 ਬਾਦਸ਼ਾਹ ਹੋ ਗਏ ਨਾ, ਪਰ ਸੱਚਖੰਡ ਦਾ ਪਾਤਸ਼ਾਹ ਇੱਕੋ ਹੀ ਹੁੰਦਾ ਹੈ ਜੀ। ਇਸ ਕਰਕੇ ਦਰਗਾਹ ਦਾ ਮਾਲਕ ਜਿਹੜਾ ਨਾ ਗੁਰੂ, ਉਹ ਜ਼ਿਆਦਾ ਵੱਡਾ ਹੈ ਜੀ। ਆਇਆ, ਚੌਬਦਾਰ ਵੀ ਆਏ, ਸਾਰੇ ਬੈਠ ਗਏ। ਅਕਬਰ ਨੇ ਆ ਕੇ, ਸਾਧ ਸੰਗਤ ਜੀ, ਅਕਬਰ ਵੀ ਆ ਕੇ ਬੈਠ ਗਿਆ ਜੀ। ਅਕਬਰ ਹੇਠਾਂ ਸੰਗਤ ਵਿੱਚ ਆ ਕੇ ਬੈਠਾ, ਤੇ ਗੁਰੂ ਅਮਰਦਾਸ ਸਾਹਿਬ ਉੱਚੇ ਆਸਣ ਤੇ ਬੈਠੇ ਜੀ। ਹਾਂਜੀ। ਕੁਸ਼ਲ ਪ੍ਰਸ਼ਨ ਕਰ ਆਪਸ ਵਿਖੇ। ਮਹਾਰਾਜ ਗਰੀਬ ਨਵਾਜ ਜੀ ਨੇ ਸੁੱਖ ਸਾਂਦ ਪੁੱਛੀ ਜੀ। ਹੁਣ ਤੁਸੀਂ ਵੇਖੋ, ਇੱਕ ਬੰਨੇ ਦਰਗਾਹ ਦੇ ਮਾਲਕ ਦੀ, ਇੱਕ ਬੰਨੇ ਧਰਤੀ ਦੇ ਖਿੱਤੇ ਦਾ ਰਾਜਾ ਅਕਬਰ। ਮਹਾਰਾਜ ਨੇ ਅਕਬਰ ਨੂੰ ਰਾਜੀ ਖੁਸ਼ੀ ਪੁੱਛੀ ਜੀ। ਹਾਂਜੀ। ਪ੍ਰੇਮ ਕਰੇ ਗੁਰ ਦਰਸ਼ਨ ਪਿਖੇ। ਤੇ ਅਕਬਰ ਜਿਹੜਾ ਨਾ, ਉਹ ਮਹਾਰਾਜ ਦੇ ਦਰਸ਼ਨ ਕਰਦਾ ਤਾਂ ਉਹਨੂੰ ਠੰਡ ਪੈ ਰਹੀ ਜੀ। ਠੰਡ ਪੈ ਰਹੀ ਜੀ, ਪਿਆਰ ਵੱਧ ਰਿਹਾ ਉਹਦੇ ਅੰਦਰ। ਹਾਂਜੀ। ਨਾਹੀ ਦੇਗ ਤੇ ਅਚਿਓ ਆਹਾਰਾ, ਇਹੀ ਨੇਮ ਗੁਰ ਹਿਰਦੇ ਚਿਤਾਰਾ। ਗੱਜ ਕੇ ਆਖੋ। ਤੇ ਸਾਧ ਸੰਗਤ ਜੀ, ਉਹਨੇ ਲੰਗਰ ਚੋਂ ਪ੍ਰਸ਼ਾਦਾ ਨਹੀਂ ਸੀ ਛਕਿਆ ਜੀ, ਸਿੱਧਾ ਹੀ ਅੰਦਰ ਆ ਗਿਆ ਜੀ। ਹੁਣ ਮਹਾਰਾਜ ਵਿਚਾਰ ਕਰਦੇ ਆ ਕਿ ਇਹਨੇ ਪ੍ਰਸ਼ਾਦਾ ਨਹੀਂ ਛਕਿਆ। ਹਾਂਜੀ। ਤੂਰਨ ਅਕਬਰ ਕੋ ਮਨ ਪ੍ਰੇਰਾ, ਹਾਥ ਜੋਰ ਬੋਲਿਓ ਤਿਸ ਬੇਰਾ। ਤੇ ਤੁਰੰਤ ਅਕਬਰ ਦੇ ਮਨ ਨੂੰ ਮਹਾਰਾਜ ਨੇ ਪ੍ਰੇਰ ਦਿੱਤਾ ਜੀ। ਗੁਰੂ ਸਾਹਿਬ ਨੇ ਨਹੀਂ ਬੋਲਿਆ ਜੀ। ਬੈਠੇ ਮਹਾਰਾਜ ਨੇ ਦ੍ਰਿਸ਼ਟੀ ਪਾਈ ਤੇ ਅਕਬਰ ਦੇ ਮਨ 'ਚ ਛਕਣ ਦਾ ਫੁਰਨਾ ਬਣਾ ਦਿੱਤਾ ਜੀ। ਛਕਿਆ ਨਹੀਂ ਨਾ ਜੀ ਉਹਨੇ ਕੁਝ, ਲੰਗਰ 'ਚ ਨਹੀਂ ਸੀ ਗਿਆ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਹਦੇ ਅੰਦਰ ਫੁਰਨਾ ਬਣਾਤਾ। ਉਹਦਾ ਕਾਰਨ ਇਹ ਹੈ, ਹੁਣ ਉਹ ਦੇਸ਼ ਦਾ ਬਾਦਸ਼ਾਹ ਹੈ, ਤੇ ਸਿੱਖਾਂ ਨੇ ਵੀ ਉਹਨੂੰ ਮਰਿਆਦਾ ਨਹੀਂ ਦੱਸੀ ਵੀ ਇਹ ਮਰਿਆਦਾ ਤਾਂ ਇੰਝ ਆਉਣਾ ਹੈ ਜੀ। ਸਾਰੇ ਚੁੱਪ ਹੋ ਗਏ ਜੀ। ਤੂਰਨ ਅਕਬਰ ਕੋ ਮਨ ਪ੍ਰੇਰਾ, ਹਾਥ ਜੋਰ ਬੋਲਿਓ ਤਿਸ ਬੇਰਾ। ਤੇ ਅਕਬਰ ਨਾ ਆਪੇ ਹੀ ਹੱਥ ਜੋੜ ਕੇ ਮਹਾਰਾਜ ਨੂੰ ਕਹਿਣ ਲੱਗਾ, ਗੁਰ ਸਾਹਿਬ ਕਿਆ ਖਾਣਾ ਖਾਵੋ, ਕਿਸ ਮੈਂ ਰੁਚ ਚਿਤ ਤੇ ਉਪਜਾਵੋ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕੀ ਛਕਦੇ ਹੁੰਦੇ ਹੋ? ਕਹਿਣ ਲੱਗਾ ਮਹਾਰਾਜ ਕੀ ਛਕਦੇ ਹੁੰਦੇ ਹੋ ਤੁਸੀਂ, ਤੁਹਾਨੂੰ ਕੀ ਛਕਣਾ ਪਸੰਦ ਹੈ ਮਹਾਰਾਜ? ਹਾਂਜੀ। ਸਤਿਗੁਰ ਕਹਿਓ ਸੋ ਚਿਤ ਰੁਚ ਊਨਾ, ਹੋਤ ਓਗਰਾ ਲਵਨ ਬਿਹੂਨਾ। ਗੱਜ ਕੇ ਆਖੋ। ਸਤਿਗੁਰ ਕਹਿਓ ਸੋ ਚਿਤ ਰੁਚ ਰੂਨਾ, ਹੋਤ ਓਗਰਾ ਲਵਨ ਬਿਹੂਨਾ। ਮਹਾਰਾਜ ਕਹਿੰਦੇ ਅਕਬਰ ਅਸੀਂ ਤੇ ਬਿਨਾਂ ਲੂਣ ਵਾਲਾ ਦਲੀਆ ਛਕਦੇ ਆ, ਅਸੀਂ ਤੇ ਇਹੋ ਕੁਝ ਹੀ ਛਕਦੇ ਆ। ਹਾਂਜੀ। ਤਿਸ ਕੋ ਏਕ ਬਾਰ ਕਰ ਖਾਵਨ, ਅਸ਼ਟ ਜਾਮ ਲਗ ਹੋਏ ਤ੍ਰਿਪਤਾਵਨ। ਤੇ ਮਹਾਰਾਜ ਕਹਿਣ ਲੱਗੇ ਵੀ ਇੱਕੋ ਵਾਰੀ ਦਿਨ ਚ ਛਕਦੇ ਆ ਆਪਾਂ, ਸਾਰਾ ਦਿਨ ਤ੍ਰਿਪਤ ਰਹਿੰਦੇ ਆ। ਹਾਂਜੀ। ਤੇ ਮੈਂ ਆਪਣੀ ਗੱਲ ਦੱਸਦਾ ਕਿ ਸਵੇਰ ਦਾ ਖਾਣੇ, ਦੁਪਹਿਰ ਦੀ ਚਿੰਤਾ, ਦੁਪਹਿਰੇ ਮੁੱਕਦਾ ਤੇ ਰਾਤ ਦੀ ਚਿੰਤਾ ਸ਼ੁਰੂ ਹੋ ਜਾਂਦੀ ਜੀ। ਮਹਾਰਾਜ ਕਹਿਣ ਲੱਗੇ ਅਕਬਰ ਅਸੀਂ ਇੱਕੋ ਵਾਰੀ ਛਕਦੇ ਆ। ਹਾਂਜੀ। ਸੁਨ ਸੁਲਤਾਨ ਬਿਸਮਤਾ ਪਾਏਵ। ਬਾਦਸ਼ਾਹ ਸੁਣ ਕੇ ਬੜਾ ਹੈਰਾਨ ਹੋਇਆ ਜੀ, ਐਡੇ ਵੱਡੇ ਗੁਰੂ ਜੀ ਇੰਨਾ ਸਾਦਾ ਭੋਜਨ ਛਕਦੇ ਆ। ਬ੍ਰਿਧ ਦੇਹ ਨਹਿ ਓਜ ਰਹਾਇਵ। ਉਹ ਸੋਚਦਾ ਵੀ ਬਜ਼ੁਰਗ ਸਰੀਰ ਹੈ। ਗੱਜ ਕੇ ਆਖੋ ਵਾਹਿਗੁਰੂ। ਸ੍ਰੀ ਗੁਰੂ ਅਮਰਦਾਸ ਜੀ ਦਾ ਬਜ਼ੁਰਗ ਸਰੀਰ ਹੈ, ਤੇ ਬਲ ਕਿਵੇਂ ਆਏਗਾ ਇਹਨਾਂ ਵਿੱਚ ਜੀ? ਤੇ ਦਲੀਏ ਨੂੰ ਤਾਂ ਐਵੇਂ ਅਸੀਂ ਬਦਨਾਮ ਕਰੀ ਬੈਠੇ ਆ, ਦਲੀਏ ਤੋਂ ਵਧੀਆ ਚੀਜ਼ ਨਹੀਂ ਕੋਈ ਹੈਗੀ ਜੀ। ਜਿਹੜਾ ਦਲੀਆ ਬਿਮਾਰ ਬੰਦਾ ਖਾਵੇ ਤਾਂ ਦਲੀਆ ਉਹਨੂੰ ਖੜਾ ਕਰ ਦਿੰਦਾ ਜੀ, ਬਿਮਾਰ ਨੂੰ। ਤੇ ਫਿਰ ਇਹਦਾ ਮਤਲਬ ਵੀ ਤੰਦਰੁਸਤ ਖਾ ਲੇ ਤੇ ਫਿਰ ਤੰਦਰੁਸਤ ਤੇ ਹੋਰ ਵਧੀਆ ਹੋ ਜਾਏਗਾ ਜੀ। ਬਾਦਸ਼ਾਹ ਅਕਬਰ ਸੋਚਦਾ ਵੀ ਇਹ ਦਲੀਆ ਕਿਵੇਂ ਛਕਦੇ ਆ। ਹਾਂਜੀ। ਬਾਹਰ ਨੇ ਬਲ ਹੀ ਕਰਤ ਆਹਾਰਾ,
ਕ੍ਰਾਂਤਵੰਤ ਤਨ ਸ਼ੁਭਤ ਉਦਾਰਾ। ਤੇ ਫਿਰ ਮਤਲਬ ਕਿ ਇਹ ਜਿਹੜਾ ਭੋਜਨ ਹੈ ਕੋਈ ਬਹੁਤਾ ਪੌਸ਼ਟਿਕ ਨਹੀਂ ਹੈਗਾ ਜੀ, ਪਰ ਫਿਰ ਵੀ ਚਿਹਰਾ ਬੜਾ ਇਹਨਾਂ ਦਾ ਦਗ ਦਗ ਕਰਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਦਲੀਆ ਛਕਦੇ ਹੈ, ਦਿਨ 'ਚ ਇੱਕ ਵਾਰ ਛਕਦੇ ਹੈ, ਪਰ ਕ੍ਰਾਂਤਵੰਤ ਤਨ ਸ਼ੁਭਤ ਉਦਾਰਾ, ਚਿਹਰਾ ਜਿਹੜਾ ਬੜਾ ਕ੍ਰਾਂਤੀਵਾਨ ਹੈ, ਬੜਾ ਚਮਕਦਾ ਹੈ। ਹਾਂਜੀ, ਕਰ ਜੋਰਤ ਕਹਿ ਮਿਹਰ ਕਰੀਜੈ। ਹੱਥ ਜੋੜ ਕੇ ਨਾ ਅਕਬਰ ਤੇ ਪੁੱਛ ਪੱਛ ਕੇ ਵੀ ਮਹਾਰਾਜ ਦਲੀਆ ਛਕਦੇ ਆ, ਤੇ ਹੁਣ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੇਰੇ ਤੇ ਵੀ ਮਿਹਰ ਕਰੋ। ਹਾਂਜੀ, ਵਹੀ ਤਵੱਕਰ ਮੁਝ ਕੋ ਦੀਜੈ। ਤੇ ਮੈਨੂੰ ਵੀ ਉਹ ਦਲੀਆ ਹੀ ਛਕਾਓ। ਕਰਕੇ ਆਖੋ ਮੈਨੂੰ ਵੀ ਦਲੀਆ ਹੀ ਛਕਾਓ। ਨਾਲੇ ਮਨ 'ਚ ਫੁਰਨਾ ਆ ਗਿਆ ਜੀ ਉਹਦੇ। ਫੁਰਨਾ ਕੀ ਆਇਆ ਕਿ ਦਲੀਆ ਖਾਣ ਨਾਲ ਇੰਨੀ ਚੜ੍ਹਦੀ ਕਲਾ ਹੋ ਰਹੀ ਇਹਨਾਂ ਦੀ। ਹਾਂਜੀ, ਤੁਮ ਖੁਦਾਈ ਕੀ ਜਾਤ ਸੁਜਾਨੇ। ਕਹਿਣ ਲੱਗਾ ਜੀ ਤੁਸੀਂ ਖੁਦਾ ਦੇ ਬੰਦੇ ਹੋ, ਖੁਦਾ ਦੀ ਜਾਤ ਦੇ ਹੋ, ਭਾਵ ਖੁਦਾ ਦਾ ਰੂਪ ਹੋ ਤੁਸੀਂ, ਰੱਬ ਹੋ। ਕਹਿਣ ਲੱਗਾ ਫੁਰਹਿ ਸਰਾਪ ਬਰ ਜਥਾ ਬਖਾਨੇ। ਜਿਵੇਂ ਤੁਸੀਂ ਕਹਿੰਦੇ ਹੋ ਸਰਾਪ ਕਹਿ ਦਿਓ ਸਰਾਪ ਫੁਰ ਜਾਂਦਾ, ਵਰ ਕਹਿੰਦੇ ਹੋ ਵਰ ਪੂਰਾ ਹੋ ਜਾਂਦਾ। ਹਾਂਜੀ, ਦਰਸ਼ਨ ਪਾਏ ਭਇਓ ਮੈਂ ਧੰਨ। ਤੇ ਮਹਾਰਾਜ ਮੈਂ ਬੜੇ ਚਿਰ ਦਾ ਸੋਚ ਰਿਹਾ ਸਾਂ ਤੁਹਾਡੇ ਦਰਸ਼ਨ ਕਰਨੇ ਐ, ਅੱਜ ਸਮਾਂ ਬਣਿਆ ਤੇ ਤੁਹਾਡੇ ਦਰਸ਼ਨ ਹੋਏ ਐ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਮੈਂ ਤੇ ਧੰਨ ਹੋ ਗਿਆ। ਹਾਂਜੀ, ਦੇਹੋ ਤਵਰਕ ਹੋਂ ਪ੍ਰਸੰਨ। ਤੇ ਜੇ ਤੁਸੀਂ ਮੇਰੇ ਤੇ ਖੁਸ਼ ਹੋ ਨਾ ਤੇ ਮਹਾਰਾਜ ਮੈਨੂੰ ਵੀ ਦਲੀਆ ਹੀ ਛਕਾਓ, ਆਪਣਾ ਦਲੀਆ ਛਕਾਓ। ਇਹ ਨਾ ਜੀ ਗੁਰੂ ਸਾਹਿਬ ਨੇ ਉਹਦੇ ਅੰਦਰ ਫੁਰਨਾ ਬਣਾਇਆ ਜੀ, ਵੀ ਆਪੇ ਹੀ ਕੁਝ ਛਕ ਲਏ ਜੀ। ਮਹਾਰਾਜ ਲੰਗਰ ਦੀ ਬੜੀ ਪਹਿਲ ਰੱਖਦੇ ਸੀ, ਲੰਗਰ ਜ਼ਰੂਰ ਛਕਾਉਂਦੇ ਸਨ ਮਹਾਰਾਜ। ਹਾਂਜੀ, ਬਿਨੇ ਸੋ ਪ੍ਰੇਮ ਜਾਚ ਨਾ ਜਾਨੀ। ਹੁਣ ਉਹ ਮਹਾਰਾਜ ਨੇ ਮਿਹਰ ਕੀਤੀ ਜੀ। ਅਕਬਰ ਬੜੇ ਪ੍ਰੇਮ ਨਾਲ ਗੁਰੂ ਸਾਹਿਬ ਕੋਲੋਂ ਖਿਚੜੀ ਮੰਗ ਰਿਹਾ ਜੀ। ਹਾਂਜੀ, ਸੁਨ ਕਿਰਪਾਲ ਮੁਖ ਮਧੁਰ ਬਖਾਨੀ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਸਾਹਿਬ ਕਿਰਪਾਲੂ ਸੱਚੇ ਪਾਤਸ਼ਾਹ ਮੁਖ ਤੋਂ ਬੜੇ ਮਿੱਠੇ ਬੋਲ ਬੋਲਦੇ ਜੀ। ਹਾਂਜੀ, ਬੱਲੂ ਹਮਰੋ ਹੈ ਜੋ ਆਹਾਰਾ। ਮਹਾਰਾਜ ਦੀ ਸੀਸ ਤੇ ਚੌਰ ਸਭ ਕਰਦੇ ਭਾਈ ਬੱਲੂ ਜੀ। ਮਹਾਰਾਜ ਕਹਿੰਦੇ ਬੱਲੂ ਜਿਹੜਾ ਸਾਡਾ ਭੋਜਨ ਹੈ, ਹਾਂਜੀ, ਅਨਹੋਂ ਜਾਏ ਸੋ ਬਨਿਓ ਜੋ ਤਿਆਰਾ। ਜੇ ਤਿਆਰ ਹੈ ਤੇ ਮਹਾਰਾਜ ਕਹਿੰਦੇ ਲੈ ਆ ਖਿਚੜੀ, ਵਾਹਿਗੁਰੂ ਦਲੀਆ ਲੈ ਆਓ। ਮਹਾਰਾਜ ਕਹਿੰਦੇ ਗਮਨਿਓ ਸ਼ੀਘਰ ਥਾਲ ਭਰ ਆਨਾ। ਤੇ ਭਾਈ ਬੱਲੂ ਜੀ ਫਿਰ ਆਲਸੀ ਨਹੀਂ ਹੈਗੇ ਜੀ, ਸੇਵਾ 'ਚ ਬੜੇ ਸਾਵਧਾਨ ਸਨ, ਤਤਪਰ ਸਨ। ਉਸੇ ਵੇਲੇ ਗਏ ਤੇ ਥਾਲ ਭਰ ਕੇ ਨਾ ਜੀ ਦਲੀਏ ਦਾ ਲੈ ਆਂਦਾ ਜੀ। ਹਾਂਜੀ, ਧਰਿਓ ਸ਼ਾਹ ਕੇ ਅਗ੍ਰਹਿ ਖਾਨਾ। ਤੇ ਸਾਧ ਸੰਗਤ ਜੀ ਥੱਲੇ ਹੀ ਬੈਠਾ ਹੈ, ਥੱਲੇ ਬੈਠਾ ਹੈ, ਕੋਈ ਉਹਦੇ ਲਈ ਉਚੇਚ ਨਹੀਂ ਕੀਤੀ ਗਈ। ਮੁਲਕ ਦਾ ਬਾਦਸ਼ਾਹ ਹੈ ਤੇ ਉਹਦੇ ਅੱਗੇ ਥਾਲੀ ਰੱਖੀ ਦੀ ਦਲੀਏ ਵਾਲੀ ਦੀ। ਹਾਂਜੀ, ਕਰ ਪਖਾਰ ਮੁਖ ਪਾਇਵ ਗਰਾਸਾ। ਬਾਦਸ਼ਾਹ ਨੇ ਹੱਥ ਸੁੱਚੇ ਕਰਕੇ ਤੋਂ ਜਦੋਂ ਦਲੀਆ ਆਪਣੇ ਮੁਖ 'ਚ ਪਾਇਆ ਨਾ ਜੀ, ਹਾਂਜੀ, ਸਵਾਦ ਅਜਾਇਬ ਜਾਂ ਬਿਕਾਸਾ। ਗੱਜ ਕੇ ਆਖੋ ਪਤਾ ਨਹੀਂ ਇੱਕ ਗਰਾਹੀ ਮੁਖ ਵਿੱਚ ਪਾਈ ਤੁਹਾਨੂੰ ਅਜੀਬ ਸਵਾਦ ਆਇਆ ਜੀ ਇੱਕ ਜੀ। ਹਾਂਜੀ, ਜਿਤਕ ਮਧੁਰਤਾ ਉੱਤਮ ਆਹ। ਪ੍ਰਥਮ ਕਵਰ ਮੈਂ ਸਾਧ ਜੋ ਲਾਹ। ਪਹਿਲੀ ਗਰਾਈ ਉਹਨੇ ਛਕੀ ਤਾਂ ਉਹਨੂੰ ਮਿੱਠਾ ਲੱਗਾ ਜੀ, ਜਿਵੇਂ ਕੋਈ ਮਿੱਠੀ ਚੀਜ਼ ਨਹੀਂ ਛਕਦਾ ਜੀ, ਤੇ ਬੜੀ ਸਵਾਦ ਮਿੱਠੀ ਚੀਜ਼ ਹੋਵੇ ਜੀ, ਉਹ ਉਹਨੂੰ ਇੰਜ ਲੱਗਾ ਵੀ ਛਕਣ ਤੇ ਮੈਂ ਦਲੀਆ ਰਿਹਾ ਪਰ ਜਿਵੇਂ ਮਿੱਠੀ ਚੀਜ਼ ਛਕ ਰਿਹਾ ਹਾਂ ਜੀ। ਹਾਂਜੀ, ਰੁਚ ਜਾਗੀ ਤਬ ਦੂਸਰ ਖਾਵਾ। ਤੇ ਜਿਹੜੀ ਚੀਜ਼ ਸਵਾਦ ਲੱਗੇ ਫਿਰ ਕੀ ਕਰਦੇ ਹੁੰਦੇ ਹੋ, ਹੋਰ ਛਕਦੇ ਆ। ਗੱਜ ਕੇ ਆਖੋ ਉਹਨੇ ਦੂਜੀ ਗਰਾਹੀ ਮੁਖ 'ਚ ਪਾਈ ਦਲੀਏ ਦੀ ਜੀ। ਹਾਂਜੀ, ਤੁਰਸ਼ ਸਵਾਦ ਉੱਤਮ ਕੋ ਪਾਵਾ। ਗੱਜ ਕੇ ਆਖੋ। ਤੇ ਖੱਟਾ ਪਦਾਰਥ ਹੁੰਦਾ ਜਿਹੜਾ ਸਵਾਦ ਜੀ, ਉਹਨੂੰ ਉਹਦਾ ਸਵਾਦ ਆਇਆ ਜੀ। ਮਿੱਠਾ ਖੱਟਾ, ਪਹਿਲਾਂ ਮਿੱਠਾ ਆਇਆ ਹੁਣ ਖੱਟਾ ਆਇਆ, ਤਾਂ ਉਹ ਵੀ ਬੜਾ ਸਵਾਦ ਲੱਗੇ ਜੀ ਉਹਨੂੰ ਜੀ।
ਹਾਂਜੀ। ਬਿਸਮਿਓ ਸ਼ਾਹ ਕਿਆ ਇਹ ਬਾਤ। ਤੇ ਬਾਦਸ਼ਾਹ ਬੜਾ ਖੁਸ਼ ਹੋਇਆ ਜੀ, ਮਨ ਸੋਚਦਾ ਕਮਾਲ ਹੈ ਇੱਕ ਦਲੀਆ ਇੰਨੇ ਸਵਾਦ, ਇਹ ਤੇ ਵੱਖ-ਵੱਖ ਸਵਾਦ ਵਿਖਾਉਂਦਾ ਜੀ। ਕਹਿੰਦਾ ਕਮਾਲ ਹੋ ਗਈ ਹੈ। ਹਾਂਜੀ। ਦੁਤੀਓ ਰਸ ਹੋਇਸ ਕਿਸ ਭਾਂਤ। ਇਹ ਦੂਜਾ ਸਵਾਦ ਕਿਵੇਂ ਬਦਲ ਗਿਆ? ਪਹਿਲਾਂ ਮਿੱਠਾ ਲੱਗਾ ਬੜਾ ਸਵਾਦ, ਹੁਣ ਇਹ ਦਲੀਆ ਖੱਟਾ ਬੜਾ ਸਵਾਦ ਲੱਗਾ। ਬਾਹਰੋਂ ਤੀਸਰੋ ਪਾਏ ਸਕੌਰ। ਕਹਿੰਦਾ ਮੈਂ ਹੁਣ ਫਿਰ ਛਕ ਕੇ ਵੇਖਦਾ। ਉਸ ਦਲੀਏ ਦੀ ਤੀਜੀ ਗਰਾਹੀ ਅਕਬਰ ਬਾਦਸ਼ਾਹ ਨੇ ਆਪਣੇ ਮੁਖ ਵਿੱਚ ਪਾਈ। ਸਵਾਦ ਸਲਵਣ ਪਾਏ ਅਬ ਔਰ। ਤੇ ਸਵਾਦ ਸਲਵਣ ਪਾਏ ਤਬ ਔਰ, ਗੱਜ ਕੇ ਆਖੋ ਵਾਹਿਗੁਰੂ। ਫਿਰ ਨਮਕੀਨ ਵਸਤੂ ਜਿਵੇਂ ਛਕੀ ਦੀ ਹੈ, ਉਹਨੂੰ ਉਹ ਸਵਾਦ ਆਇਆ ਜੀ। ਉਹ ਵੀ ਸਵਾਦ ਜੀ। ਸੰਗਤ ਜੀ ਅਸੀਂ ਸੰਸਾਰੀ ਬੰਦੇ ਹੈਗੇ ਆ, ਜਿੰਨਾ ਚਿਰ ਤੱਕ ਚੀਜ਼ ਸਵਾਦ ਨਾ ਲੱਗੇ ਅਸੀਂ ਨਹੀਂ ਛਕਦੇ ਜੀ। ਉਹਨੂੰ ਬੜੀ ਸਵਾਦ ਲੱਗੀ ਜੀ ਉਹ। ਹਾਂਜੀ। ਚਤੁਰਥ ਮਹਿ ਪਾਇਸ ਕਹੋ ਪਾਇਸ। ਤੇ ਫਿਰ ਕੀ ਕੀਤਾ ਜੀ? ਉਹ ਬੜਾ ਹੈਰਾਨ ਹੋਇਆ ਜੀ। ਉਹਨੇ ਕਹਿੰਦਾ ਹੁਣ ਵੱਖਰਾ ਹੀ ਸਵਾਦ ਆਇਆ, ਚੌਥੀ ਪਾ ਕੇ ਵੇਖਦਾ। ਜਦੋਂ ਸਾਧ ਸੰਗਤ ਜੀ ਉਹਨੇ ਚੌਥਾ ਪਾਇਆ, ਹਾਂਜੀ, ਜਿਉਂ ਚਤੁਰਥ ਮਹਿ ਪਾਇਸ ਕਹੋ ਪਾਇਸ। ਜਿਉਂ ਜਿਉਂ ਅਚ ਤਿਉਂ ਤਿਉਂ ਬਿਸਮਾਇਸ। ਤੇ ਸਾਧ ਸੰਗਤ ਜੀ ਚੌਥੀ ਗਰਾਹੀ ਦੇ ਵਿੱਚ ਉਹਨੂੰ ਮਾਨੋ ਖੀਰ ਦਾ ਸਵਾਦ ਆ ਗਿਆ ਜੀ। ਵੀ ਮੈਂ ਦਲੀਆ ਨਹੀਂ, ਮੈਂ ਖੀਰ ਛਕ ਰਿਹਾ ਵਾਂ। ਜਿਉਂ ਜਿਉਂ ਅਚ ਤਿਉਂ ਤਿਉਂ ਬਿਸਮਾਇਬ। ਜਿਉਂ ਜਿਉਂ ਹੁਣ ਉਹ ਮੁੱਖ 'ਚ ਗਰਾਹੀਆਂ ਪਾ ਰਿਹਾ ਨਾ ਜੀ, ਅਕਬਰ ਬਾਦਸ਼ਾਹ ਤਿਉਂ ਤਿਉਂ ਹੈਰਾਨ ਹੋ ਰਿਹਾ ਜੀ। ਕਿਉਂ? ਉਹਦੇ ਵਿੱਚ ਵੱਖ-ਵੱਖ ਸਵਾਦ ਹੈਗੇ ਆ ਜੀ। ਹਾਂਜੀ। ਖੱਟ ਰਸ ਕੇ ਸ਼ੁਭ ਸਵਾਦ ਜੇ ਹੋਏ। 6 ਤਰ੍ਹਾਂ ਦੇ ਰਸ ਹੁੰਦੇ ਆ ਜੀ, ਖੱਟਾ, ਮਿੱਠਾ, ਲੂਣਾ, ਕਸੈਲਾ, ਨਮਕੀਨ, ਖੱਟਾ ਮਿੱਠਾ ਤੇ ਕੌੜਾ। ਇਹ 6 ਤਰ੍ਹਾਂ ਦੇ ਸਵਾਦ ਨੇ ਸਾਧ ਸੰਗਤ ਜੀ। ਉਹਨੂੰ 6 ਤਰ੍ਹਾਂ ਦੇ ਉਹਦੇ ਵਿੱਚ ਆਏ ਜੀ। ਗੱਜ ਕੇ ਆਖੋ ਵਾਹਿਗੁਰੂ। ਰੋਗ ਕਿਉਂ ਪੈਦਾ ਹੁੰਦੇ ਜੀ? ਲੂਣ ਖਾਈ ਜਾਓ ਲਗਾਤਾਰ ਜੀ, ਬੀਪੀ ਵਧਣਾ ਸ਼ੁਰੂ ਹੋ ਜਾਏਗਾ ਜੀ। ਮਿੱਠਾ ਜ਼ਿਆਦਾ ਖਾ ਲਈਏ ਉਹ ਵੀ ਸਿਹਤ ਲਈ ਨੁਕਸਾਨਦਾਈ ਹੈ ਜੀ। ਕੌੜਾ ਜ਼ਿਆਦਾ ਖਾ ਲਈਏ ਉਹ ਵੀ ਨੁਕਸਾਨਦਾਈ ਹੈ ਜੀ। 6 ਤਰ੍ਹਾਂ ਦੇ ਰਸ ਨੇ ਤੇ 6 ਤਰ੍ਹਾਂ ਦਾ ਭੋਜਨ ਬੰਦੇ ਨੂੰ ਛਕਦੇ ਰਹਿਣਾ ਚਾਹੀਦਾ ਜੀ। ਕੌੜਾ ਵੀ ਛਕਣਾ ਚਾਹੀਦਾ ਜੀ। ਤੇ ਜਿਹੜੇ ਬਿਲਕੁਲ ਮਿੱਠਾ ਬੰਦ ਕਰ ਦਿੰਦੇ ਆ, ਸ਼ੂਗਰ ਤੋਂ ਡਰਦੇ ਆ, ਉਹ ਵੀ ਨਹੀਂ ਬੰਦ ਕਰਨਾ ਚਾਹੀਦਾ। ਮਿੱਠੇ ਦੀ ਵੀ ਲੋੜ ਹੈਗੀ ਸਰੀਰ ਨੂੰ ਜੀ। ਹਾਂਜੀ। 6 ਤਰ੍ਹਾਂ ਦੇ ਰਸ ਨੇ, 6 ਤਰ੍ਹਾਂ ਦਾ ਭੋਜਨ ਹੈਗਾ ਜੀ। ਤੇ ਹੋਰ ਅੱਗੇ ਪ੍ਰਕਾਰ ਨੇ ਜੀ, ਰਿੱਧਾ, ਤਲਿਆ, ਪੱਕਿਆ, ਇਸ ਤਰ੍ਹਾਂ ਦੇ ਵੱਖ-ਵੱਖ ਨੇ ਜੀ। ਉਬਲਿਆ, ਉਹਨੂੰ 6 ਤਰ੍ਹਾਂ ਦਾ ਸਵਾਦ ਆਇਆ ਜੀ ਵਿੱਚੋਂ ਜੀ। ਹਾਂਜੀ। ਅਚਤ ਸ਼ਾਹ ਨੇ ਲੀਨੇ ਸੋਏ। ਉਹ ਨਾ ਜੀ ਸਾਰੀ ਥਾਲੀ ਛਕ ਗਿਆ ਜੀ। ਅੱਜ ਕੇ ਆਖੋ ਸਾਰਾ ਦਲੀਏ ਦਾ ਭਰਿਆ ਹੋਇਆ ਥਾਲ ਛਕ ਗਿਆ ਜੀ ਬੜੇ ਪ੍ਰੇਮ ਨਾਲ। ਜਨਮ ਧਾਰ ਜੋ ਸਵਾਦ ਨਾ ਪਾਇਓ। ਕਮਾਲ ਦੀ ਗੱਲ ਇਹ ਹੈ, ਜਨਮ ਲਿਆ ਬਾਦਸ਼ਾਹ ਜੀ, ਬਾਦਸ਼ਾਹ ਜਿਸ ਚੀਜ਼ ਨੂੰ ਕਹੇ ਉਹ ਵਸਤੂ ਹਾਜ਼ਰ ਹੋ ਜਾਏਗੀ ਜੀ ਖਾਣ ਵਾਸਤੇ। ਪਰ ਅੱਜ ਤੱਕ ਬਾਦਸ਼ਾਹ ਨੂੰ ਇਹ ਸਵਾਦ ਨਹੀਂ ਸੀ ਆਇਆ ਜਿਹੜਾ ਦਲੀਆ ਛਕ ਕੇ ਆ ਗਿਆ ਜੀ। ਅੱਜ ਤੱਕ ਨਹੀਂ ਸੀ ਆਇਆ ਜੀ। ਗੁਰੂ ਜੀ ਦੇ ਲੰਗਰ ਦਾ ਪ੍ਰਤਾਪ ਜੀ। ਬੜਾ ਕੁਝ ਬਣਦਾ ਹੈ, ਪਰ ਜਦੋਂ ਗੁਰੂ ਕੇ ਸਿੱਖ ਬਾਣੀ ਪੜ੍ਹਦਿਆਂ ਦਾਲ ਬਣਾਉਂਦੇ ਆ ਨਾ, ਉਹਦਾ ਸਵਾਦ ਸਭ ਤੋਂ ਹੀ ਉੱਤੇ ਹੁੰਦਾ ਜੀ। ਹਾਂਜੀ। ਲਵਨ ਵਿਹੀਨ ਉਗਰੋ ਖਾਇਓ। ਉਹ ਸੋਚਦਾ ਵੀ ਖਾਦਾ ਤੇ ਮੈਂ ਫਿੱਕਾ ਦਲੀਆ, ਫਿੱਕੇ ਦਲੀਏ ਵਿੱਚੋਂ ਇੰਨੇ ਰਸ ਆਉਂਦੇ, ਇੰਨੇ ਸਵਾਦ ਆਉਂਦੇ। ਹਾਂਜੀ। ਤ੍ਰਿਪਤ ਸ਼ਾਹ ਕਰ ਬਹੁਰ ਪਖਾਰੇ। ਤੇ ਐ ਰੱਜ ਕੇ ਛਕਿਆ ਜੀ, ਰੱਜ ਕੇ ਜੀ। ਉਹਨੇ ਜੀ ਥਾਲਾ ਭਰ ਕੇ ਦਲੀਏ ਦਾ ਛਕਿਆ। ਤੇ ਉਹਨੂੰ ਥਾਲੇ ਐਡੇ ਐਡੇ ਨਹੀਂ ਹੁੰਦੇ ਅੱਜ ਵਾਲੇ ਜੀ, ਥਾਲਾ ਵੀ ਐਡਾ ਸੀਗਾ ਜੀ। ਹਾਂਜੀ, ਵੱਡਾ ਥਾਲਾ ਸੀਗਾ ਜੀ। ਬਾਦਸ਼ਾਹ ਨੇ ਰੱਜ ਕੇ ਛਕਿਆ, ਫਿਰ ਹੱਥ ਧੋਤੇ ਜੀ ਉਹਨੇ ਜੀ।
ਬਿਸਮਤ ਹੋਏ ਕਰ ਜੋਰ ਉਚਾਰੇ। ਤੇ ਨਾ ਜੀ ਸ਼ਾਂਤੀ ਅੰਦਰ ਆ ਗਈ ਜੀ, ਸ਼ਾਂਤੀ ਜੀ। ਇੱਕ ਗੱਲ ਚੇਤਾ ਰੱਖਿਓ, ਮਾੜੇ ਘਰ ਦੀ ਕਮਾਈ ਦਾ ਜੇ ਤੁਸੀਂ ਪ੍ਰਸ਼ਾਦਾ ਛਕ ਲਓ ਤੁਹਾਨੂੰ ਆਪੇ ਗੁੱਸਾ ਚੜੀ ਜਾਏਗਾ ਜੀ। ਸੱਚੀ ਸੁੱਚੀ ਕਿਰਤ ਹੋਵੇ, ਨੇਕ ਕਮਾਈ ਹੋਵੇ ਤੇ ਰੱਬ ਰੱਬ ਕਰਦਿਆਂ ਪ੍ਰਸ਼ਾਦਾ ਬਣਾਇਆ ਹੋਵੇ ਤੇ ਹੋਵੇ ਸਤੋ ਗੁਣੀ, ਜਿਉਂ-ਜਿਉਂ ਪ੍ਰਸ਼ਾਦਾ ਛਕੋਗੇ ਤਿਉਂ-ਤਿਉਂ ਤੁਹਾਡੇ ਅੰਦਰ ਸ਼ਾਂਤੀ ਆਈ ਜਾਏਗੀ। ਮੈਂ ਵੇਖਿਆ ਛਕ ਕੇ ਜੀ, ਪ੍ਰਸ਼ਾਦਾ ਛਕ ਕੇ ਹੀ ਸ਼ਾਂਤੀ ਆਈ ਜਾਂਦੀ ਜੀ। ਤੇ ਮੈਂ ਗੁਰਮੁਖਾਂ ਨੂੰ ਆਖਿਆ, ਮੈਂ ਕਿਹਾ ਜੀ ਇਹ ਤੇ ਪ੍ਰਸ਼ਾਦਾ ਛਕ ਕੇ ਸ਼ਾਂਤੀ ਆਉਂਦੀ ਹੈ। ਕਹਿੰਦੇ ਇਹ ਉਹ ਕਾਰਨ ਇਹ ਹੈ, ਇਹਦੇ ਉੱਤੇ ਨਾਮ ਜਪਿਆ ਹੋਇਆ। ਕਹਿੰਦੇ ਸ਼ਾਂਤੀ ਨਾਮ ਦੀ ਹੈਗੀ ਹੈ। ਮਨ ਸ਼ਾਂਤ ਹੋ ਗਿਆ ਅਕਬਰ ਦਾ ਜੀ। ਤੇ ਹੁਣ ਅਕਬਰ ਪਤਾ ਕੀ ਕਰ ਰਿਹਾ ਜੀ? ਅਕਬਰ ਨੇ ਹੱਥ ਜੋੜ ਲਏ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਜੀ। ਸਿਫਤ ਆਪ ਕੀ ਕਹੀ ਨਾ ਜਾਏ। ਕਹਿੰਦਾ ਮਹਾਰਾਜ ਤੁਹਾਡੀ ਸਿਫਤ ਨਹੀਂ ਮੈਂ ਕਹਿ ਸਕਦਾ। ਕਹਿਣ ਲੱਗਾ ਕਮਾਲ ਹੋ ਗਈ। ਹਾਂਜੀ, ਆਰਫ ਕਾਮਲ ਸਭ ਸੁਖ ਦਾਏ। ਮਤਲਬ ਤੁਸੀਂ ਆਪ ਰੱਬ ਹੀ ਹੋ। ਕਹਿਣ ਲੱਗਾ ਪੂਰਨ ਰੱਬ ਹੋ, ਪਰਮੇਸ਼ਰ ਹੋ ਤੁਸੀਂ। ਹਾਂਜੀ, ਜੇਕਰ ਮੇਰੇ ਪਰ ਅਨੁਕੂਲ ਹਰਖ ਦੇਹ ਕੁਛ ਕਰੋ ਕਬੂਲ। ਗੱਜ ਕੇ ਆਖੋ। ਕਹਿੰਦਾ ਮਹਾਰਾਜ ਖਾਦਾ ਤੇ ਫਿੱਕਾ ਦਲੀਆ, ਪਰ ਵੇਖਣ ਨੂੰ ਹੀ ਫਿੱਕਾ ਹੈਗਾ। ਮਹਾਰਾਜ 6 ਤਰ੍ਹਾਂ ਦਾ ਰਸ ਵਿੱਚ ਹੀ ਆ ਗਿਆ। ਸ਼ਾਂਤੀ ਆ ਗਈ, ਤ੍ਰਿਪਤ ਹੋ ਗਿਆ ਮੈਂ। ਤੇ ਅੱਜ ਕੱਲ ਦੇ ਮੰਤਰੀਆਂ ਨੇ, ਪ੍ਰਧਾਨ ਮੰਤਰੀਆਂ ਨੇ ਪ੍ਰਸ਼ਾਦਾ ਛਕਣਾ ਹੋਵੇ ਤਾਂ ਪਹਿਲਾਂ ਟੀਮ ਚੈੱਕ ਕਰਦੀ ਜੀ ਵੀ ਇਹਦੇ ਵਿੱਚ ਨਾ ਕੁਝ ਹੋਵੇ ਜੀ। ਅਕਬਰ ਨੇ ਛਕਿਆ, ਅਕਬਰ ਤ੍ਰਿਪਤ ਹੋ ਗਿਆ, ਤ੍ਰਿਪਤ ਹੋ ਗਿਆ। ਕਹਿਣ ਲੱਗਾ ਮਹਾਰਾਜ ਹੁਣ ਮੇਰੀ ਬੇਨਤੀ ਹੈ, ਜੇ ਤੁਸੀਂ ਮੇਰੇ ਤੇ ਖੁਸ਼ ਹੋ ਤੇ ਮੈਂ ਤੁਹਾਨੂੰ ਕੁਝ ਦੇਣਾ ਚਾਹੁੰਦਾ ਮਹਾਰਾਜ। ਭੇਟਾ ਦੇਣੀ ਚਾਹੁੰਦਾ, ਭੇਟਾ। ਹਾਂਜੀ, ਜੋ ਸੇਵਾ ਤੁਮਰੀ ਹੋਏ ਜਾਏ। ਤਾਂ ਕਿ ਮੈਂ ਵੀ ਸੇਵਾ ਕਰ ਸਕਾਂ। ਤੇ ਜੇ ਮੇਰੇ ਰਾਹੀਂ ਮਹਾਰਾਜ ਕੋਈ ਸੇਵਾ ਹੋ ਜਾਏ ਆਪ ਜੀ ਦੀ, ਹਾਂਜੀ, ਬਨਹੁ ਸਫਲ ਸ਼ਾਂਤੀ ਮੁਝ ਆਏ। ਤੇ ਮੈਂ ਸਮਝਾਂਗਾ ਵੀ ਮੇਰਾ ਆਉਣਾ ਸਫਲ ਹੋਇਆ ਤੇ ਮੇਰੇ ਮਨ ਨੂੰ ਸ਼ਾਂਤੀ ਆਏਗੀ। ਹਾਂਜੀ, ਬਿਕਸ ਪ੍ਰਭੂ ਮੁਖ ਤਾਂ ਸੋ ਕਹੀ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ। ਕਹੋ ਪ੍ਰੇਮ ਨਾਲ ਸਾਰੇ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਜੀ ਨਾ ਮੁਖੋਂ ਖੁਸ਼ ਹੋ ਕੇ ਕਹਿਣ ਲੱਗੇ ਜੀ। ਹਾਂਜੀ, ਕਿਸੂ ਬਸਤ ਕੀ ਖਾਹਿਸ਼ ਨਾ ਰਹੀ। ਮਹਾਰਾਜ ਕਹਿਣ ਲੱਗੇ ਅਕਬਰ ਬਾਦਸ਼ਾਹ ਸਾਨੂੰ ਕਿਸੇ ਵਸਤੂ ਦੀ ਜ਼ਰੂਰਤ ਨਹੀਂ ਹੈਗੀ, ਕਿਸੇ ਵਸਤੂ ਦੀ ਜ਼ਰੂਰਤ ਨਹੀਂ ਹੈਗੀ। ਤੇ ਮਾਫ ਕਰਿਓ ਅੱਜ ਕੀ ਹੋ ਰਿਹਾ ਜੀ? ਗੁਰਦੁਆਰੇ ਵਾਲੇ ਮੰਤਰੀਆਂ ਕੋ ਪੈਸੇ ਮੰਗਦੇ ਫਿਰਦੇ, ਗੁਰਦੁਆਰਾ ਬਣਾਉਣਾ ਹੈ ਸਾਨੂੰ ਪੈਸੇ ਦੇ ਦਿਓ। ਉਹ ਇੱਥੇ ਤੇ ਸਾਰਿਆਂ ਦੀਆਂ ਖਾਹਿਸ਼ਾਂ ਮੁੱਕਣੀਆਂ ਤੇ ਇੱਥੇ ਬੈਠੇ ਹੋਏ ਪੈਸੇ ਮੰਗਣ ਦੇ ਜੀ ਉਹਨਾਂ ਕੋਲੋਂ। ਮਹਾਰਾਜ ਕਹਿਣ ਲੱਗੇ ਨਾ ਨਾ ਸਾਨੂੰ ਕਿਸੇ ਵਸਤੂ ਦੀ ਜ਼ਰੂਰਤ ਨਹੀਂ ਹੈਗੀ। ਦੀਏ ਗੁਰੂ ਨੇ ਅਟੁੱਟ ਭੰਡਾਰੂ। ਵੇਖ ਲੋ ਗੁਰੂ ਅਮਰਦਾਸ ਜੀ ਕਹਿ ਰਹੇ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਸਾਨੂੰ ਗੁਰੂ ਨਾਨਕ ਸਾਹਿਬ ਨੇ ਅਟੁੱਟ ਭੰਡਾਰੇ ਦਿੱਤੇ ਹੈ। ਭਾਵ ਐਸੇ ਭੰਡਾਰੇ ਦਿੱਤੇ ਜਿਹੜੇ ਮੁੱਕਣੇ ਹੀ ਨਹੀਂ ਕਦੀ। ਕਹਿਣ ਲੱਗੇ ਹਾਂਜੀ, ਖਰਚਤ ਖਾਵਤ ਪਾਏ ਨਾ ਪਾਰੂ। ਸੱਚੇ ਪਾਤਸ਼ਾਹ ਕਹਿ ਰਹੇ ਆ, ਕਹਿੰਦੇ ਖਰਚ ਨਹੀਂ ਹੈ, ਛਕ ਰਹੇ ਆ ਤੇ ਪਾਰਾਵਾਰ ਕੋਈ ਨਹੀਂ ਹੈਗਾ। ਮਹਾਰਾਜ ਕਹਿਣ ਲੱਗੇ ਰੱਜੇ ਪਏ ਆ। ਕਹਿਣ ਲੱਗੇ ਸ਼ਾਹ ਸਹਿਤ ਉਮਰਾਵਨ ਫੇਰ, ਬੇਰ ਬੇਰ ਕਹਿ ਕਰੋ ਨਾ ਫੇਰ। ਬਾਦਸ਼ਾਹ ਅਕਬਰ ਉਹਦੇ ਦਰਬਾਰੀ ਹੱਥ ਜੋੜ ਜੋੜ ਕੇ ਕਹਿੰਦੇ ਨਹੀਂ ਮਹਾਰਾਜ ਕੁਝ ਮਨਜ਼ੂਰ ਕਰ ਲਓ। ਮਹਾਰਾਜ ਬੇਨਤੀ ਬਾਰ-ਬਾਰ ਕਰ ਰਹੇ। ਮਹਾਰਾਜ ਕਹਿੰਦੇ ਨਹੀਂ ਕੁਝ ਨਹੀਂ ਚਾਹੀਦਾ। ਉਹ ਫਿਰ ਕਹਿੰਦੇ ਨਹੀਂ ਮਹਾਰਾਜ ਬੇਨਤੀ ਪ੍ਰਵਾਨ ਕਰੋ। ਹਾਂਜੀ, ਕਿਤਕ ਗ੍ਰਾਮ ਕੋ ਪਟਾ ਲਿਖਾਏਵ, ਸ਼੍ਰੀ ਸਤਿਗੁਰ ਕੇ ਚਰਨ ਚੜਾਏਵ। ਗੱਜ ਕੇ ਆਖੋ। ਮਹਾਰਾਜ ਕਹਿੰਦੇ ਫਿਰ ਕਰ ਲਓ ਖੁਸ਼ੀ। ਤੇ ਬਾਦਸ਼ਾਹ ਨੇ ਫਿਰ ਪਤਾ ਕੀ ਕੀਤਾ ਜੀ? ਕਈ ਪਿੰਡਾਂ ਦਾ ਪਟਾ ਲਿਖ ਕੇ ਦੇ ਦਿੱਤਾ ਤੇ ਗੁਰੂ ਜੀ ਦੇ ਚਰਨਾਂ 'ਚ ਰੱਖ ਦਿੱਤਾ ਜੀ। ਗੱਲ ਸਮਝੇ ਜੀ? ਗੱਜ ਕੇ ਆਖੋ ਵਾਹਿਗੁਰੂ। ਕਈ ਪਿੰਡਾਂ ਦੇ ਪਿੰਡ
ਗੁਰੂ ਅਮਰਦਾਸ ਜੀ ਦੇ ਨਾਮ ਕਰ ਦਿੱਤੇ ਤੇ ਮਹਾਰਾਜ ਦੇ ਚਰਨਾਂ 'ਚ ਕਾਗਜ਼ ਰੱਖ ਦਿੱਤਾ ਜੀ। ਹਾਂਜੀ, ਇਹ ਸਭ ਨਿਰਣੈ ਆਗੈ ਕਰ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਕਿਹੜੇ ਕਿਹੜੇ ਪਿੰਡ ਸਨ, ਉਹ ਕਿਹੜੀ ਕਿਹੜੀ ਜਗ੍ਹਾ ਸੀ, ਇਹ ਮੈਂ ਅੱਗੇ ਜਾ ਕੇ ਕਹਾਂਗਾ ਕਹਿੰਦੇ ਤੁਹਾਨੂੰ। ਹਾਂਜੀ, ਜਹਾਂ ਸੁਧਾਸਰ ਕਥਾ ਉਚਰ ਹੈ। ਜਦੋਂ ਮੈਂ ਅੰਮ੍ਰਿਤਸਰ ਦੀ ਕਥਾ ਲਿਖਾਂਗਾ ਕਹਿੰਦੇ, ਦਰਬਾਰ ਸਾਹਿਬ ਦੀ ਕਥਾ ਲਿਖਾਂਗਾ ਨਾ, ਫਿਰ ਮੈਂ ਤੁਹਾਨੂੰ ਦੱਸਾਂਗਾ ਅਕਬਰ ਨੇ ਕਿਹੜੀ ਕਿਹੜੀ ਜਗ੍ਹਾ ਮਹਾਰਾਜ ਨੂੰ ਭੇਟਾ ਕੀਤੀ ਹੈ। ਉਂਝ ਇਹ ਵੀ ਮੰਨਿਆ ਜਾਂਦਾ ਹੈ ਬੀੜ ਸਾਹਿਬ ਜਿਹੜੀ ਜਗ੍ਹਾ ਹੈ ਇਹ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੀ ਸੀਗੀ ਜੀ। ਜੰਗਲ ਸੀਗਾ ਬੜਾ ਵੱਡਾ ਜੀ, ਤੇ ਬਾਬਾ ਬੁੱਢਾ ਜੀ ਰਾਖੀ ਕਰਦੇ ਹੁੰਦੇ ਸੀਗੇ ਜੀ। ਹਾਂਜੀ, ਦੇਕਰ ਗਇਓ ਗ੍ਰਾਮ ਸੁਲਤਾਨ। ਸੋ ਬਾਦਸ਼ਾਹ ਪਿੰਡਾਂ ਦੇ ਪਿੰਡ ਦੇ ਕੇ ਗਿਆ। ਉਹ ਇਹਦੇ ਵਿੱਚ ਇਹ ਸਮਝਦਾ ਹੈ ਵੀ ਮੈਂ ਪਿੰਡ ਦੇ ਤੇ ਬੜਾ ਵੱਡਾ ਤੀਰ ਮਾਰ ਲਿਆ। ਨਹੀਂ ਪਿਆਰਿਓ, ਗੁਰੂ ਸਾਹਿਬ ਤੇ ਸਾਰੀ ਧਰਤੀ ਦੇ ਹੀ ਮਾਲਕ ਨੇ ਜੀ। ਸਗਲੀ ਧਰਤੀ ਸਾਧ ਕੀ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਤੇ ਸਾਰੀ ਸ੍ਰਿਸ਼ਟੀ ਦੇ ਮਾਲਕ ਨੇ। ਹਾਂਜੀ, ਬੈਠੇ ਸ਼ੋਭਿਤ ਗੁਰ ਭਗਵਾਨ। ਪਰ ਬਾਦਸ਼ਾਹ ਆਪਣੇ ਵੱਲੋਂ ਕੁਝ ਪਿੰਡ ਲਿਖ ਕੇ ਦੇ ਗਿਆ ਜੀ ਮਹਾਰਾਜ ਨੂੰ। ਮਹਾਰਾਜ ਬੈਠੇ ਰਹੇ, ਕੋਈ ਉਹਨੂੰ ਛੱਡਣ ਨਹੀਂ ਗਏ। ਮਹਾਰਾਜ ਆਰਾਮ ਨਾਲ ਇੱਕ ਜਗ੍ਹਾ ਟਿਕ ਕੇ ਬੈਠੇ ਰਹੇ ਜੀ। ਇਸ ਤਰੀਕੇ ਦੇ ਨਾਲ ਬਾਦਸ਼ਾਹ ਅਕਬਰ ਆਇਆ। ਅਕਬਰ ਨੇ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਸੁਖ ਆਨੰਦ ਪ੍ਰਾਪਤ ਕੀਤਾ, ਖੁਸ਼ੀ ਦੇ ਨਾਲ ਭੇਟਾ ਚੜਾ ਕੇ ਗਿਆ ਜੀ ਗੁਰੂ ਜੀ ਦੇ ਚਰਨਾਂ ਵਿੱਚ। ਸੋ ਗੁਰੂ ਸਾਹਿਬ ਮਿਹਰ ਕਰਨ। ਜਿਹੜਾ ਗੁਰੂ ਸਾਹਿਬ ਦੇ ਘਰ ਨਾਲ ਜੁੜ ਜਾਂਦਾ, ਕਮੀ ਨਹੀਂ ਉਹਨੂੰ ਕੋਈ ਰਹਿੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਕਮੀ ਨਹੀਂ ਕੋਈ ਰਹਿੰਦੀ ਜੀ। ਰਾਜ ਲੀਲਾ ਤੇਰੇ ਨਾਮ ਬਣ ਆਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਇਹ ਰਾਜ ਲੀਲਾ ਵਾਹਿਗੁਰੂ ਜੀ ਦੇ ਨਾਮ ਨਾਲ ਬਣ ਆਉਂਦੀ ਜੀ, ਨਾਮ ਨਾਲ ਬਣ ਆਉਂਦੀ ਜੀ। ਸੋ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ, ਅਕਬਰ ਨੂੰ ਦਰਸ਼ਨ ਦਿੱਤੇ। ਹਿੰਦੁਸਤਾਨ ਦਾ ਜਿਹੜਾ ਆਪਣੇ ਆਪ ਨੂੰ ਮਾਲਕ ਅਖਵਾਉਂਦਾ ਹੈ, ਉਹ ਵੀ ਵੇਖੋ ਚਰਨਾਂ 'ਚ ਝੁੱਕ ਕੇ ਗਿਆ ਜੀ। ਸੱਚੇ ਦੀ ਪਛਾਣ ਹੈ। ਸੱਚਾ ਭਟਕਦਾ ਨਹੀਂ ਫਿਰਦਾ, ਸੱਚਾ ਆਪਣੀ ਜਗ੍ਹਾ ਬੈਠਾ। ਲੋਕ ਉਹਦੇ ਚਰਨਾਂ 'ਚ ਆਉਂਦੇ ਆ ਜੀ, ਲੋਕ ਆਉਂਦੇ ਆ। ਇਸੇ ਕਰਕੇ ਬੜੇ ਬੜੇ ਸਾਧੂ ਮਹਾਤਮਾ, ਰੱਬ ਦੇ ਪਿਆਰੇ ਮਹਾਂਪੁਰਖ ਐਸੇ ਹੋਏ ਐ ਸਾਧ ਸੰਗਤ ਜੀ, ਜਿਨ੍ਹਾਂ ਦੇ ਕੋਲ ਮੰਤਰੀ ਸ਼ੰਤਰੀ ਆਮ ਹੀ ਗੇੜਾ ਲਾਉਂਦੇ ਰਹਿੰਦੇ ਸੀਗੇ ਜੀ। ਤੇ ਭਗਤ ਗੁਰਕਿਰਪਾਲ ਸਿੰਘ ਜੀ ਗੁਰਵਾਲੀ ਵਾਲੇ ਇੱਥੋਂ ਬਿਲਕੁਲ ਨਜ਼ਦੀਕ ਹੈ ਜੀ, ਤਰਨ ਤਾਰਨ ਰੋਡ ਤੇ ਜੀ। ਬੋਰੀ ਤੇ ਬਹਿੰਦੇ ਹੁੰਦੇ ਸੀਗੇ ਜੀ ਉਹ ਜੀ, ਲਾਗੇ ਮਸ਼ੀਨਾਂ ਚੱਲਦੀਆਂ ਸੀਗੀਆਂ, ਫੈਕਟਰੀ ਸੀਗੀ ਜੀ। ਬੋਰੀ ਤੇ ਉਹਨਾਂ ਨੇ ਬਹਿਣਾ ਤੇ ਇੱਕਦਮ ਹੀ ਨਾ ਆਵਾਜ਼ ਆਈ ਜੀ ਗੱਡੀਆਂ ਦੀ, ਬਾਰੀਆਂ ਵੱਜਣ ਦੀਆਂ। ਤੇ ਉਹਨਾਂ ਦੇ ਵੱਡੇ ਪੁੱਤਰ ਦਾ ਨਾਮ ਸੀਗਾ ਸੰਤ ਸਿੰਘ। ਉਹ ਕਹਿੰਦੇ ਸੰਤ ਸਿੰਘ ਕੌਣ ਆਇਆ? ਕਹਿੰਦੇ ਜੀ ਬੂਟਾ ਸਿੰਘ ਆਇਆ। ਬੂਟਾ ਸਿੰਘ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਸੀਗਾ ਜੀ। ਕਹਿਣ ਲੱਗੇ ਇਹਨੂੰ ਤੂੰ ਸੱਦਿਆ? ਕਹਿੰਦੇ ਜੀ ਨਹੀਂ ਮੈਂ ਨਹੀਂ ਸੱਦਿਆ, ਆਪੇ ਹੀ ਆਇਆ। ਤੇ ਕਹਿੰਦੇ ਫਿਰ ਦੂਜੀ ਬੋਰੀ ਵਿਛਾ ਦੇ। ਬੋਰੀ ਵਿਛਾਈ ਜੀ, ਬੋਰੀ ਉਹ ਬੋਰੀ ਤੇ ਬਿਠਾ ਕੇ ਜੀ। ਬੰਦੇ ਜਿਉਂਦੇ ਜਾਗਦੇ ਹੈਗੇ ਜੀ ਉੱਥੇ। ਹੁਣ ਜਾ ਕੇ ਤੁਸੀਂ ਪੁੱਛ ਸਕਦੇ ਹੋ ਗੁਰਵਾਲੀ ਪਿੰਡ 'ਚ ਜਿਨ੍ਹਾਂ ਨੇ ਇਹ ਦ੍ਰਿਸ਼ ਵੇਖਿਆ ਜੀ। ਭਗਤ ਜੀ ਨੇ ਉਹਨੂੰ ਚਾਹ ਪਿਆਈ ਜੀ। ਹਾਂਜੀ, ਤੇ ਚਾਹ ਪਿਆ ਕੇ ਕਹਿੰਦੇ ਚੰਗਾ ਫਿਰ ਹੁਣ ਤੁਸੀਂ ਜਾਣਾ ਹੋਣਾ। ਕਹਿਣ ਲੱਗੇ ਆਪੇ ਹੀ ਉਹਨਾਂ ਨੂੰ ਕਹਿ ਦਿੱਤਾ ਜੀ। ਕੋਈ ਕੰਮ ਸੀ? ਕਹਿੰਦਾ ਜੀ ਨਹੀਂ ਦਰਸ਼ਨ ਕਰਨ ਆਏ ਸਾਂ। ਤੇ ਕਹਿਣ ਲੱਗਾ ਕੋਈ ਮਿਹਰ ਕਰੋ। ਕਹਿੰਦੇ 1300 ਸੁਖਮਨੀ ਸਾਹਿਬ ਦੇ ਪਾਠ ਕਰ ਲਾ। ਗੱਜ ਕੇ ਆਖੋ। ਕਹਿੰਦਾ ਜੀ ਇੰਨੀ ਬਾਣੀ ਕਿਵੇਂ ਪੜਾਂਗਾ? ਕਹਿੰਦੇ ਫਿਰ ਗ੍ਰੰਥੀ ਸਿੰਘ ਨੂੰ ਲਵਾ ਕੇ ਉਹ ਪਾਠ ਕਰੀ ਜਾਊ, ਤੂੰ ਸੁਣੀ ਜਾਈ। ਕਹਿਣ ਲੱਗੇ 2 ਮਿੰਟ ਬਿਠਾਇਆ ਜੀ ਉਹਨੂੰ। ਫਿਰ ਕਹਿੰਦੇ ਚੰਗਾ ਫਿਰ ਹੁਣ ਤੁਸੀਂ ਜਾਣਾ ਹੋਣਾ। ਤੇ ਉਹ ਤੁਰ ਪਿਆ ਜੀ ਫਿਰ ਜੀ ਆਪੇ ਹੀ। ਹਾਂਜੀ,
ਇੱਕ ਬੜਾ ਵੱਡਾ ਸਾਧ ਸੰਗਤ ਦੀ ਮੰਤਰੀ ਬਾਬਾ ਅਜੀਤ ਸਿੰਘ ਜੀ ਨਥਮਲਪੁਰ ਵਾਲੇ ਮਹਾਂਪੁਰਖਾਂ ਦੇ ਕੋਲ ਆਇਆ ਜੀ, ਬ੍ਰਹਮ ਗਿਆਨੀ ਜੀ। ਫਲਾਂ ਦਾ ਟੋਕਰਾ ਜੀ ਰੱਖਿਆ ਤੇ ਉਹਨਾਂ ਦੀ ਉਹਦੇ ਵੱਲ ਮੁੱਖ ਹੀ ਨਾ ਕਰਨ ਦੀ, ਤੇ ਉਹ ਮੰਤਰੀ ਜਿਹੜਾ ਜੀ ਉਹ ਬਾਰ-ਬਾਰ ਆਖੇ ਜੀ ਵੀ ਛਕ ਲਓ ਛਕ ਲਓ ਛਕ ਲਓ। ਉਹ ਕਹਿੰਦੇ ਨਹੀਂ ਛਕਣਾ ਨਹੀਂ। ਉਹਦੇ ਨਾਲ ਨਾ ਗੱਲ ਕਰਨ, ਲਾਗੇ ਸੇਵਾਦਾਰ ਸੀ ਤੁਹਾਨੂੰ ਸਾਊ ਕਹਿਣ, ਕਹਿੰਦੇ ਸਾਊ ਅਸੀਂ ਨਹੀਂ ਛਕਣਾ। ਉਹ ਮੰਤਰੀ ਲਾਗੋਂ ਬੋਲਿਆ ਵੀ ਜੇ ਛਕਣਾ ਨਹੀਂ ਤੇ ਹੱਥ ਹੀ ਲਾ ਦੋ ਫਰੂਟ ਨੂੰ, ਫਲਾਂ ਨੂੰ। ਤੇ ਮੰਤਰੀ ਨਾਲ ਨਹੀਂ ਗੱਲ ਕੀਤੀ। ਫਿਰ ਆਪਣੇ ਨਾਲ ਦੇ ਬੰਦੇ ਕਹਿੰਦੇ ਸਾਊ ਇਹ ਸਾਡੇ ਹੱਥ ਲਾਉਣ ਵਾਲੇ ਵੀ ਨਹੀਂ ਹੈਗੇ। ਕਹਿਣ ਲੱਗੇ, ਗੱਜ ਕੇ ਆਖੋ, ਇਹ ਧਰਮ ਦੀ ਕਮਾਈ ਦੇ ਨਹੀਂ ਹੈਗੇ, ਕਿਰਤ ਦੇ ਨਹੀਂ ਹੈਗੇ। ਰੱਬ ਦੇ ਪਿਆਰਿਆਂ ਕੋਲ ਤੁਰੇ ਫਿਰਦੇ ਜੀ ਇਹ ਸਾਰੇ ਜੀ, ਤੁਰੇ ਫਿਰਦੇ ਜੀ। ਬਠਿੰਡੇ ਦੇ ਵਿੱਚ ਇੱਕ ਮਹਾਤਮਾ ਹੈਗੇ ਜੀ, ਤੇ ਇੱਕ ਉਹਨਾਂ ਦਾ ਆਪਣਾ ਪਲੰਘਾ ਤੇ ਇੱਕ ਉਹਨਾਂ ਹੋਰ ਰੱਖਿਆ, ਕਥਾ ਕੀਰਤਨ ਵਾਲੇ ਨੂੰ ਬਿਠਾਉਂਦੇ ਆ, ਮੰਤਰੀਆਂ ਨੂੰ ਭੁੰਜੇ ਬਿਠਾਉਂਦੇ ਜੀ। ਉਹ ਜੀ ਭੁੰਜੇ ਬਿਠਾਉਂਦੇ ਤੇ ਉਹਨਾਂ ਦੇ ਸਾਹਮਣੇ ਕਹਿੰਦੇ ਜੀ, ਕਹਿੰਦੇ ਵੀ ਇਹਨਾਂ ਤੇ ਗੁਰੂ ਦੀ ਸੱਚੀ ਬਾਣੀ ਪੜ੍ਹਨੀ ਤੇ ਇਹਨਾਂ ਨੇ ਦਿਨ ਰਾਤ ਝੂਠ ਬੋਲਣਾ, ਇਹਨਾਂ ਨੂੰ ਕਾਹਦਾ ਪਲੰਘਾ ਦਈਏ। ਕਹਿਣ ਲੱਗੇ ਇਹ ਤੇ ਗੁਰੂ ਦੀ ਬਾਣੀ ਪੜ੍ਹਨ ਵਾਲਿਆਂ ਵਾਸਤੇ ਸਤਿਕਾਰ ਹੈਗਾ। ਕਹਿੰਦੇ ਵਾਹਿਗੁਰੂ ਜੀ ਦੇ ਨਾਮ ਦਾ ਪ੍ਰਤਾਪ ਹੈ, ਸਾਰਾ ਨਾਮ ਦਾ ਪ੍ਰਤਾਪ ਹੈ। ਸੋ ਸਾਧ ਸੰਗਤ ਜੀ ਜਿੰਨਾ ਹੋ ਸਕੇ ਜਪਿਆ ਕਰੀਏ ਤੇ ਵੇਖਿਓ ਬੜੀ ਵੱਡੀ ਲੀਲਾ ਵਾਹਿਗੁਰੂ ਜੀ ਦੇ ਨਾਮ ਦੀ ਜੀ, ਬੜੀ ਵੱਡੀ ਲੀਲਾ ਜੀ। ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਗੋਂ ਪ੍ਰਸੰਗ ਨਵਾਂ ਸ਼ੁਰੂ ਹੁੰਦਾ, ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।